ਜੋ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੁਰਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ ਔਰ ਮਾਲਕ ਜੀ ਆਪ ਰਸਨਾ ਉੱਤੇ ਵਰਤ ਕਰਕੇ ਆਪਣੀ ਗੁਰਬਾਣੀ ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਸਖਣੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ ਅਦਬ ਸਹਿਤ। ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਸ਼ਲੋਕ ਮਹੱਲਾ ਨੌਵਾਂ। ਦੇਹ ਪ੍ਰਾਨੀ ਹਉ ਮੈਂ ਤਜੀ, ਕਰਤਾ ਰਾਮ ਪਛਾਨ। ਕਹੋ ਨਾਨਕ ਵਹ ਮੁਕਤ ਨਰ, ਇਹ ਮਨ ਸਾਚੀ ਮਾਨ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਰੂਪ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਸ਼ਲੋਕ ਵਾਰਾਂ ਤੇ ਵਧੇਕ ਸਿਰਲੇਖ ਹੇਠ ਪਾਵਨ ਅੰਕ 1427 ਦੇ ਉੱਪਰ ਸ਼ੋਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਤੋਂ ਪਹਿਲਾਂ ਆਪ ਸੰਗਤਾਂ ਕੁੱਲ 18 ਸ਼ਲੋਕਾਂ ਤੱਕ ਦੀ ਵਿਚਾਰ ਕੱਲ ਔਰ ਪਿਛਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰ ਚੁੱਕੀਆਂ ਹੋ। ਅੱਜ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ, ਜਿਨ੍ਹਾਂ ਦੇ ਵਿੱਚ ਅੱਜ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਉਸ ਪ੍ਰਾਨੀ ਦਾ ਜਿਨ੍ਹੇ ਹਉਮੈ ਨੂੰ ਤਜ ਕੇ
ਤੇ ਰਾਮ ਦੀ ਪਹਿਚਾਨ ਕਰ ਲਈ। ਔਰ ਉਹੀ ਮਨੁੱਖ ਹੈ ਜਿਹੜਾ ਮੁਕਤੀ ਨੂੰ ਹਾਸਲ ਕਰਦਾ ਹੈ, ਮੁਕਤੀ ਨੂੰ ਪ੍ਰਾਪਤ ਕਰਦਾ ਹੈ। ਸਮਾਜ ਦੇ ਅੰਦਰ ਜਦੋਂ ਜ਼ਿਕਰ ਆਪਾਂ ਕਰਦੇ ਹਾਂ ਜਾਂ ਸਮਾਜ ਵਿੱਚ ਜਿਉਂਦੇ ਹੋਏ ਵੇਖਦੇ ਹਾਂ, ਇਨਸਾਨ ਕਈ ਤਰ੍ਹਾਂ ਦੇ ਦੁੱਖਾਂ ਵਿੱਚ, ਕਈ ਤਰ੍ਹਾਂ ਦੇ ਰੋਗਾਂ ਵਿੱਚ, ਕਈ ਤਰ੍ਹਾਂ ਦੀਆਂ ਲੜਾਈਆਂ ਝਗੜਿਆਂ ਵਿੱਚ, ਚਿੰਤਾਵਾਂ ਦੇ ਵਿੱਚ ਇਹ ਜਿਉਂਦਾ ਹੈ। ਪਰ ਸਾਰੀਆਂ ਚੀਜ਼ਾਂ ਦਾ ਅਖੀਰ ਇੱਕ ਦਿਨ ਹੋ ਜਾਂਦਾ ਹੈ, ਜਿਸ ਦਿਨ ਇਨਸਾਨ ਸਰੀਰਕ ਤੌਰ ਤੇ ਸੰਸਾਰ ਤੋਂ ਚਲੇ ਜਾਂਦਾ ਹੈ। ਸਾਰਾ ਧਨ ਦੌਲਤ ਜਿਤਨਾ ਕਮਾਇਆ ਖਤਮ ਹੋ ਗਿਆ। ਜਿੰਨੇ ਸਰੀਰਕ ਰੋਗ ਸਨ ਸਾਰੇ ਸਰੀਰ ਨੂੰ ਅੱਗ ਲੱਗਦਿਆਂ ਸਾਰ ਸੜ ਗਏ। ਇੱਥੋਂ ਤੱਕ ਬਿਮਾਰੀਆਂ ਦਾ ਕੋਈ ਅੰਸ਼ ਵੀ ਜਿਹੜਾ ਉਹ ਨਹੀਂ ਰਿਹਾ, ਕੋਈ ਕੀਟਾਣੂ ਵੀ ਨਹੀਂ ਰਿਹਾ ਇਨਸਾਨ ਦੀ ਮੌਤ ਤੋਂ ਬਾਅਦ ਵਿੱਚ। ਜਿੰਨੇ ਲੜਾਈ ਝਗੜੇ ਸਨ, ਜਿਸ ਦਿਨ ਮੌਤ ਹੋਈ ਉਸ ਦਿਨ ਸਾਰੇ ਹੀ ਖਤਮ ਹੋ ਗਏ। ਜਿੰਨੀਆਂ ਚਿੰਤਾਵਾਂ, ਜਿੰਨੇ ਦੁੱਖ, ਜਿੰਨੀਆਂ ਤਕਲੀਫਾਂ, ਜੋ ਵੀ ਸਮਾਜ ਅੰਦਰ ਜਿਉਂਦਿਆਂ ਇਨਸਾਨ ਆਪਣੇ ਸਰੀਰ ਉੱਤੇ ਹੰਡਾਉਂਦਾ ਹੈ, ਜਿਸ ਦਿਨ ਸਰੀਰ ਨਾਸ਼ ਹੋਇਆ ਉਸੇ ਦਿਨ ਸਭ ਖਤਮ ਹੋ ਗਿਆ। ਸਭ ਖਤਮ ਹੋ ਗਿਆ ਉਸ ਦਿਨ। ਪਰ ਇੱਕ ਬਿਮਾਰੀ, ਇੱਕ ਰੋਗ ਐਸਾ ਹੈ ਕਿ ਇਨਸਾਨ ਜਿਸ ਦਿਨ ਮਰਦਾ ਨਾ ਉਸ ਦਿਨ ਵੀ ਉਹ ਮੁੱਕਦਾ ਨਹੀਂ। ਸ਼ਮਸ਼ਾਨ ਭੂਮੀ ਦੇ ਵਿੱਚ ਸੜ ਜਾਣ ਤੋਂ ਉਪਰੰਤ ਵੀ ਉਹ ਜਿਹੜਾ ਰੋਗ ਹੈ, ਉਹ ਬਿਮਾਰੀ ਹੈ, ਉਹਦੇ ਜਿਹੜੇ ਜਰਮਸ ਨੇ, ਉਹਦੇ ਜਿਹੜੇ ਕੀਟਾਣੂ ਨੇ, ਉਹ ਪਿੱਛਾ ਨਹੀਂ ਛੱਡਦੇ, ਉਦੋਂ ਵੀ ਨਾਲ ਹੀ ਨੇ। ਤੇ ਉਹ ਹੈ ਹੰਕਾਰ, ਉਹ ਹੈ ਹਉਮੈ। ਜਿਸ ਹਉਮੈ ਕਰਕੇ ਜੀਵ ਮੁੜ ਸੰਸਾਰ ਦੇ ਵਿੱਚ ਜੰਮਣ ਮਰਨ ਦੇ ਗੇੜ ਵਿੱਚ ਪੈਂਦਾ। ਜਿਵੇਂ ਆਪਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਪੜਾਂਗੇ ਨਾ, ਮਾਲਕ ਪਾਤਸ਼ਾਹ ਨੇ ਸਿੱਧਾਂ ਦੇ ਨਾਲ ਵਿਚਾਰ ਕੀਤੀ। ਜਦੋਂ ਸਿੱਧਾਂ ਦੇ ਨਾਲ ਵਿਚਾਰ ਕਰਦੇ ਤੇ ਸਿੱਧ ਗੋਸ਼ਟ ਬਾਣੀ ਦੇ ਅੰਦਰ ਗੁਰੂ ਬਾਬਾ ਜੀ ਨੇ ਜੀ ਦੇ ਸਾਹਮਣੇ ਉਹਨਾਂ ਸਿੱਧਾਂ ਨੇ ਇੱਕ ਸਵਾਲ ਰੱਖਿਆ, ਜਿਹਦੇ ਵਿੱਚ ਉਹਨਾਂ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਪੁੱਛਿਆ ਸੀ ਕਿ ਹੇ ਪੁਰਖਾ, ਸਾਨੂੰ ਇਹ ਦੱਸ ਕਿ ਕਿਹੜਾ ਕਾਰਨ ਹੈ, ਕੀ ਵਿਧੀ ਹੈ ਜਿਸ ਵਿਧੀ ਕਰਕੇ, ਜਿਸ ਕਾਰਨ ਕਰਕੇ ਜੀਵ ਸੰਸਾਰ ਵਿੱਚ ਜੰਮਦਾ, ਔਰ ਕਿਹੜੀ ਵਿਧੀ ਹੈ, ਕਿਹੜਾ ਤਰੀਕਾ ਹੈ, ਕਿਹੜਾ ਢੰਗ ਹੈ ਜਿਹਦੇ ਨਾਲ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਔਰ ਬਾਬਾ ਜੀ ਨੇ ਉੱਥੇ ਜ਼ਿਕਰ ਕੀਤਾ, ਗੁਰੂ ਨਾਨਕ ਸਾਹਿਬ ਨੇ ਕਹਿੰਦੇ ਉਹਨਾਂ ਦਾ ਸਵਾਲ ਸੀ, ਕਿਤ ਕਿਤ ਬਿਦ ਉਪਜੈ ਪੁਰਖਾ, ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ। ਹੁਣ ਇਹ ਸਵਾਲ ਉਹਨਾਂ ਸਿੱਧਾਂ ਨੇ ਰੱਖ ਦਿੱਤਾ ਤੇ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ। ਤੇ ਜਵਾਬ ਦਿੰਦਿਆਂ ਮਾਲਕ ਜੀ ਸਭ ਤੋਂ ਪਹਿਲਾਂ ਆਖਦੇ, ਕਹਿੰਦੇ ਹਉਮੈ ਵਿੱਚ ਜਗ ਉਪਜੈ ਪੁਰਖਾ। ਅਹੰਕਾਰ ਦੇ ਵਿੱਚ ਜਗਤ ਜਿਹੜਾ ਉਹ ਉਪਜ ਰਿਹਾ, ਹਉਮੈ ਵਿੱਚ ਜਗਤ ਉਪਜ ਰਿਹਾ। ਨਾਮ ਵਿਸਰਿਆ ਦੁੱਖ ਪਾਈ, ਜਦੋਂ ਨਾਮ ਵਿਸਰ ਜਾਂਦਾ ਹੈ ਉਦੋਂ ਦੁੱਖ ਹਾਸਲ ਹੋ ਜਾਂਦਾ ਹੈ। ਔਰ ਅੱਗੇ ਜ਼ਿਕਰ ਕੀਤਾ ਸਤਿਗੁਰੂ ਨੇ, ਗੁਰਮੁਖ ਹੋਵੈ ਸੋ ਤਤ ਵਿਚਾਰੈ। ਕਹਿੰਦੇ ਜਿਹੜਾ ਗੁਰਮੁਖ ਹੈ, ਗੁਰੂ ਦੇ ਦਰਸਾਏ ਮਾਰਗ ਤੇ ਚੱਲਣ ਵਾਲਾ, ਉਹ ਤਤ ਦੀ ਵਿਚਾਰ ਕਰਦਾ। ਹਉਮੈ ਸ਼ਬਦ ਜਲਾਈ, ਫਿਰ ਉਹ ਹਉਮੈ ਨੂੰ ਸਾੜਦਾ ਗੁਰੂ ਦੀ ਸਿੱਖਿਆ ਦੇ ਨਾਲ, ਗੁਰੂ ਕੇ ਸ਼ਬਦ ਦੇ ਨਾਲ। ਜਿਹੜਾ ਅੱਜ ਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਨੇ, ਉਹ ਖਿਆਲ ਰੱਖਿਓ, ਜਿਹੇ ਪ੍ਰਾਨੀ ਹਉਮੈ ਤਜੀ, ਹਉਮੈ ਨੂੰ ਛੱਡਣਾ, ਹੰਕਾਰ ਨੂੰ ਛੱਡਣਾ। ਤੇ ਸਤਿਗੁਰੂ ਜੀ ਦਾ ਪਾਵਨ ਬਚਨ ਕਹਿੰਦੇ, ਗੁਰਮੁਖ ਹੋਵੈ ਸੋ ਤਤ ਵਿਚਾਰੈ, ਹਉਮੈ ਸ਼ਬਦ ਜਲਾਈ। ਹਉਮੈ ਨੂੰ ਉਹ ਸ਼ਬਦ ਦਾ ਸਹਾਰਾ ਲੈ ਕੇ ਸਾੜ ਲੈਂਦਾ।
ਤੇ ਖਿਆਲ ਰੱਖੀਏ, ਭਾਈ ਗੁਰਦਾਸ ਜੀ ਨੇ ਨਾ ਇੱਕ ਬੜਾ ਪਿਆਰਾ ਜ਼ਿਕਰ ਕੀਤਾ। ਉਹਨਾਂ ਸ਼ੀਸ਼ੇ ਦੀ ਉਦਾਹਰਣ ਦਿੱਤੀ। ਇੱਕ ਜਦੋਂ ਮੁਕਰ ਦੀ ਉਹ ਉਦਾਹਰਣ ਦਿੰਦੇ ਨੇ, ਸ਼ੀਸ਼ੇ ਦੀ ਉਹ ਉਦਾਹਰਣ ਦਿੰਦੇ, ਤੇ ਉਹਨਾਂ ਜ਼ਿਕਰ ਕੀਤਾ ਕਿ ਸ਼ੀਸ਼ਾ ਬੰਦੇ ਨੂੰ ਕੁਝ ਦਿੰਦਾ ਨਹੀਂ ਹੈ। ਕਦੇ ਇਸ ਗੱਲ ਨੂੰ ਆਪਾਂ ਜੇ ਅਨੁਭਵ ਕਰਕੇ ਵੇਖੀਏ ਤੇ ਸ਼ੀਸ਼ਾ ਸਾਨੂੰ ਕੁਝ ਵੀ ਨਹੀਂ ਦਿੰਦਾ। ਉਹ ਸਾਨੂੰ ਅਸਲੀਅਤ ਵਿਖਾਉਂਦਾ ਹੈ, ਉਹ ਸਾਨੂੰ ਵਿਖਾਉਂਦਾ ਹੈ, ਉਹ ਸਾਨੂੰ ਦਿੰਦਾ ਕੁਝ ਨਹੀਂ। ਉਹਨੇ ਸਿਰਫ ਉਹਦਾ ਕਰਮ ਕੀ ਹੈ? ਸਾਨੂੰ ਵਿਖਾਉਣਾ। ਤੇ ਜਦੋਂ ਉਹ ਸਾਨੂੰ ਵਿਖਾਉਂਦਾ ਹੈ, ਫਿਰ ਉਹ ਵਿਖਾਵੇਗਾ ਕਿ ਜਿਸ ਤਰ੍ਹਾਂ ਦੇ ਸਾਡੇ ਹਾਵ ਭਾਵ ਹੋਣਗੇ, ਜਿੱਦਾਂ ਦਾ ਸਾਡਾ ਚਿਹਰਾ ਹੋਏਗਾ, ਚਾਹੇ ਗੰਦਗੀ ਨਾਲ ਭਰਿਆ, ਚਾਹੇ ਅਸੀਂ ਉਹਨੂੰ ਸਾਫ਼ ਸੁਥਰਾ ਜਿਸ ਵੀ ਰੂਪ ਵਿੱਚ ਅਸੀਂ ਵੇਖਾਂਗੇ, ਸ਼ੀਸ਼ੇ ਨੇ ਸਾਨੂੰ ਉਹੀ ਸਾਡੀ ਅਸਲੀਅਤ ਸਾਡੇ ਸਾਹਮਣੇ ਰੱਖ ਦੇਣੀ। ਸਾਡੇ ਚਿਹਰੇ ਦੇ ਹਾਵ ਭਾਵ ਕਿੱਦਾਂ ਦੇ ਨੇ, ਮੁਕਰ ਸਾਨੂੰ ਦੱਸ ਦੇਗਾ। ਸਾਡੇ ਚਿਹਰੇ ਦੇ ਉੱਤੇ ਕਿਸ ਤਰ੍ਹਾਂ ਦੇ ਹਾਲਾਤ ਨੇ, ਜਾਂ ਕਿੱਦਾਂ ਦੇ ਹਾਵ ਭਾਵ ਨੇ, ਜਾਂ ਸਾਡੇ ਚਿਹਰੇ ਦਾ ਰੰਗ ਕਿੱਦਾਂ ਦਾ, ਸਾਡੇ ਚਿਹਰੇ ਦਾ ਰੂਪ ਉਹ ਸਾਰੀ ਅਸਲੀਅਤ ਉਸ ਮੁਕਰ ਨੇ ਸਾਡੇ ਸਾਹਮਣੇ ਰੱਖ ਦੇਣੀ। ਉਹਨੇ ਕੁਝ ਛੁਪਾ ਕੇ ਨਹੀਂ ਰੱਖਣਾ। ਤੇ ਉਹ ਮੁਕਰ ਹੈ, ਉਹ ਸ਼ੀਸ਼ਾ ਹੈ ਜਿਹੜਾ ਫਿਰ ਸਾਨੂੰ ਆਪਣੇ ਚਿਹਰੇ ਨੂੰ ਪੜਚੋਲਣ ਵਾਸਤੇ ਕਹਿੰਦਾ ਵੀ ਹੁਣ ਇਹਦੀ ਪੜਚੋਲ ਕਰ, ਇਹਨੂੰ ਸੁਥਰਾ ਕਰ, ਇਹਨੂੰ ਸਾਫ਼ ਕਰ। ਤੇ ਉੱਥੇ ਨਾ ਭਾਈ ਗੁਰਦਾਸ ਜੀ ਨੇ ਜਿਹੜਾ ਸਮਝਾਉਣਾ ਕੀਤਾ, ਉਹਦੇ ਵਿੱਚ ਉਹ ਜ਼ਿਕਰ ਇਹ ਕਰ ਰਹੇ, ਕਹਿੰਦੇ ਗੁਰੂ ਸਿੱਖ ਨੂੰ ਸ਼ੀਸ਼ਾ ਵਿਖਾਉਂਦਾ। ਗੁਰੂ ਸਿੱਖ ਨੂੰ ਉਸ ਸ਼ੀਸ਼ੇ ਦੀ ਤਰ੍ਹਾਂ, ਮੁਕਰ ਦੀ ਤਰ੍ਹਾਂ ਇੱਕ ਅਸਲੀਅਤ ਵਿਖਾਉਂਦਾ ਹੈ। ਤੇ ਗੁਰੂ ਜਿਹੜੀ ਅਸਲੀਅਤ ਵਿਖਾਉਂਦੇ ਨੇ, ਉਹ ਅਸਲੀਅਤ ਇਹ ਹੈ ਕਿ ਭਾਈ ਆਪਣੀ ਖੋਜ ਕਰ, ਤੂੰ ਇਹ ਨਾ ਲੱਭ ਕਿ ਰੱਬ ਕੀ ਹੈ, ਰੱਬ ਕਿੱਥੇ ਹੈ, ਤੂੰ ਇਹ ਲੱਭ ਤੂੰ ਕੀ ਹੈ। ਸਾਡਾ ਯਤਨ ਤੇ ਅੱਜ ਇਹ ਹੀ ਹੈ ਨਾ ਵੀ ਅਸੀਂ ਰੱਬ ਲੱਭਣ ਤੁਰੇ ਹੋਏ ਹਾਂ, ਜਾਂ ਰੱਬ ਨੂੰ ਚੇਤੇ ਕਰਨ ਵਾਸਤੇ, ਰੱਬ ਨੂੰ ਯਾਦ ਕਰਨ ਵਾਸਤੇ ਅਸੀਂ ਸਾਰੇ ਹੀ ਤੁਰੇ ਹਾਂ ਜੀ। ਰੱਬ ਲੱਭੋ ਕੀ ਹੈ? ਨਹੀਂ, ਭਾਈ ਗੁਰਦਾਸ ਜੀ ਕਹਿੰਦੇ ਰੱਬ ਨਾ ਲੱਭ। ਰੱਬ ਕੀ ਹੈ? ਇਹ ਇਸ ਪਾਸੇ ਨਾ ਤੁਰ, ਤੂੰ ਇਸ ਪਾਸੇ ਤੁਰ ਕੇ ਤੂੰ ਕੀ ਹੈ। ਜਿਸ ਦਿਨ ਤੂੰ ਇਸ ਪਾਸੇ ਤੁਰ ਪਏਗਾ ਨਾ ਕਿ ਤੂੰ ਕੀ ਹੈ, ਇਹ ਜਿਹੜੀ ਕਹਿ ਲਈਏ ਤੁਰਨ ਦਾ ਮਾਰਗ ਹੈ, ਜਾਂ ਜਿਹੜੇ ਪੈਂਡੇ ਉੱਤੇ ਤੂੰ ਚੱਲ ਕੇ ਇਹ ਲੱਭਣਾ ਕਿ ਤੂੰ ਕੀ ਹੈ, ਇਹੀ ਪੈਂਡਾ ਹੈ ਜਿਹੜਾ ਤੈਨੂੰ ਪਰਮਾਤਮਾ ਤੱਕ ਲੈ ਕੇ ਜਾਏਗਾ। ਕਿਉਂਕਿ ਅਸੀਂ ਇਹ ਪੜਚੋਲ ਰਹੇ ਹਾਂ ਕਿ ਰੱਬ ਕੀ ਹੈ, ਅਸੀਂ ਇਹ ਨਹੀਂ ਪੜਚੋਲਿਆ ਅਸੀਂ ਕੀ ਹਾਂ। ਜਿੱਦਣ ਅਸੀਂ ਇਹ ਪੜਚੋਲ ਲਾਂਗੇ ਕਿ ਅਸੀਂ ਕੀ ਹਾਂ, ਉਦਣ ਸਮਝ ਲੱਗੇਗੀ, ਕਹੋ ਕਬੀਰ ਇਹ ਰਾਮ ਕੀ ਅੰਸ਼। ਉਦਣ ਫਿਰ ਪਰਮਾਤਮਾ ਨਾਲੋਂ ਭਿੰਨਤਾ ਜਾਂ ਪਰਮਾਤਮਾ ਨਾਲੋਂ ਵਖਰੇਵਾ ਨਹੀਂ ਹੋਏਗਾ। ਉਦਣ ਅਸੀਂ ਪਰਮਾਤਮਾ ਲੱਭਣ ਵਾਸਤੇ ਨਹੀਂ ਤੁਰਾਂਗੇ, ਜਿੱਦਣ ਆਪਣੇ ਆਪੇ ਦੀ ਪੜਚੋਲ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਨਾ ਜਦੋਂ ਸਿੰਗਲਾਦੀਪ ਜਾਂਦੇ ਨੇ, ਉੱਥੇ ਮਾਲਕ ਬਾਦਸ਼ਾਹ ਰਾਜੇ ਸ਼ਿਵਨਾਭ ਕੋਲ ਜਾਂਦੇ। ਰਾਜੇ ਸ਼ਿਵਨਾਭ ਨੇ ਬੜੀ ਸ਼ਿੱਦਤ ਦੇ ਨਾਲ ਗੁਰੂ ਨਾਨਕ ਸਾਹਿਬ ਨੂੰ ਚੇਤੇ ਕੀਤਾ। ਉਹਨੇ ਬੜੇ ਪਿਆਰ ਨਾਲ ਚੇਤੇ ਕੀਤਾ। ਗੁਰੂ ਨਾਨਕ ਸਾਹਿਬ ਦਰਸ਼ਨ ਦੇਣ ਗਏ। ਹੁਣ ਜਦੋਂ ਉਹ ਚੇਤੇ ਕਰ ਰਿਹਾ, ਗੁਰੂ ਨਾਨਕ ਸਾਹਿਬ ਦੇ ਸਾਹਮਣੇ ਚਲੇ ਗਏ ਤੇ ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਅੱਗੇ ਭੇਟਾਵਾਂ ਰੱਖਦਾ। ਮਾਲਕ ਜੀ ਉਹਨੂੰ ਇੱਕ ਜ਼ਿਕਰ ਕਰਦੇ, ਇੱਕ ਬਚਨ ਕਹਿੰਦੇ ਆਪਣੇ ਮੁਖ ਤੋਂ, ਰਾਜਨ ਸਾਨੂੰ ਉਹ ਦੇ ਜਿਹੜਾ ਤੇਰਾ ਆਪਣਾ ਹੈ। ਜੋ ਤੂੰ ਸਾਨੂੰ ਦੇ ਰਿਹਾ ਹੈ, ਜਾਂ ਤੂੰ ਸਾਨੂੰ ਭੇਟਾ ਦੇਣੀ ਚਾਹੁੰਦਾ ਹੈ, ਤੂੰ ਉਹ ਭੇਟਾ ਦੇ ਜਿਹੜੀ ਤੇਰੀ ਆਪਣੀ ਹੈ। ਸਾਨੂੰ ਉਹ ਭੇਟਾ ਨਹੀਂ ਚਾਹੀਦੀ ਜਿਹੜੀ ਅੱਜ ਸਾਡੇ ਕੋਲ ਤੂੰ ਸਾਨੂੰ ਦੇ ਦੇ, ਕੱਲ ਨੂੰ ਉਹ ਕਿਸੇ ਹੋਰ ਦੀ ਬਣ ਜਾਏ। ਜਾਂ ਜਿਹੜੀ ਤੂੰ ਕਿਸੇ ਕੋਲੋਂ ਲੈ ਕੇ ਸਾਨੂੰ ਦੇ ਰਿਹਾ, ਸਾਨੂੰ ਉਹ ਭੇਟਾ ਨਹੀਂ ਚਾਹੀਦੀ। ਸਾਨੂੰ ਉਹ ਭੇਟਾ ਦੇ ਜਿਹੜੀ ਤੇਰੀ ਆਪਣੀ ਹੈ। ਹੁਣ ਰਾਜਾ ਸ਼ਿਵਨਾਭ ਚਿੰਤਾ 'ਚ ਪੈ ਗਿਆ ਵੀ ਮੈਂ, ਧਨ ਵੀ ਮੇਰਾ, ਦੌਲਤ ਵੀ ਮੇਰੀ, ਸਾਰਾ ਕੁਝ ਮੇਰਾ ਹੀ ਹੈ, ਕਿਹੜਾ ਕਿਸੇ ਹੋਰ ਦਾ। ਸਤਿਗੁਰੂ ਨੇ ਨਾਲ ਇਹ ਸ਼ਰਤ ਰੱਖ ਦਿੱਤੀ ਨਾ ਵੀ ਉਹ ਦੇ ਜਿਹੜੀ ਤੂੰ ਸਾਨੂੰ ਦੇ ਦੇ, ਮੁੜ ਕੇ ਉਹ ਕੱਲ ਨੂੰ ਕਿਸੇ ਹੋਰ ਕੋਲ ਨਾ ਜਾਵੇ। ਹੁਣ ਧਨ ਜੇ ਆਪਾਂ ਨੂੰ ਕੋਈ ਦੇਗਾ, ਆਪਾਂ ਇਹ ਤੇ ਕਹਿ ਨਹੀਂ ਸਕਦੇ ਵੀ ਅਸੀਂ ਉਹੀ ਧਨ, ਉਹੀ ਸਿੱਕੇ, ਉਹੀ ਮੋਹਰਾਂ ਜਾਂ ਉਹੀ ਨੋਟ ਆਪਣੇ ਕੋਲ ਹਾਂ ਉਨੀ ਅਮਾਊਂਟ ਅਸੀਂ ਸਾਂਭ ਕੇ ਰੱਖ ਸਕਦੇ ਹਾਂ, ਪਰ ਸੇਮ ਸਿੱਕੇ, ਸੇਮ ਮੋਹਰਾਂ, ਸੇਮ ਨੋਟ ਅਸੀਂ ਸਾਂਭ ਕੇ ਨਹੀਂ ਰੱਖ ਸਕਦੇ।
ਅਮਾਉਂਟ ਉਨੀ ਜ਼ਰੂਰ ਰੱਖ ਲਾਂਗੇ। ਹੁਣ ਸਤਿਗੁਰੂ ਕਹਿੰਦੇ ਵੀ ਸਾਨੂੰ ਉਹ ਦੇ ਜਿਹੜਾ ਕਿਸੇ ਹੋਰ ਕੋਲ ਹੋਵੇ ਹੀ ਨਾ, ਮੁੜ ਕੇ ਜਾਵੇ ਨਾ ਕਿਸੇ ਹੋਰ ਕੋਲ। ਰਾਜਾ ਸ਼ਿਵਨਾਭ ਚਿੰਤਾ 'ਚ ਪੈ ਗਿਆ। ਇਤਿਹਾਸਕਾਰਾਂ ਨੇ ਲਿਖਿਆ ਕਿ ਰਾਜਾ ਸ਼ਿਵਨਾਭ ਨਾ ਧਾਰਮਿਕ ਗ੍ਰੰਥਾਂ ਨੂੰ ਫਰੋਲਣ ਲੱਗ ਪਿਆ, ਪੜਚੋਲ ਕਰਨ ਲੱਗ ਪਿਆ। ਹੁਣ ਜਦੋਂ ਪੜਚੋਲ ਕਰਦਾ ਤੇ ਪੜਚੋਲ ਕੀ ਕਰਦਾ ਵੀ ਮੇਰਾ ਹੈ ਕੀ, ਮੇਰਾ ਆਪਣਾ ਕੀ ਹੈ, ਮੈਂ ਕੀ ਭੇਟਾ ਗੁਰੂ ਨਾਨਕ ਸਾਹਿਬ ਅੱਗੇ ਰੱਖਣੀ ਵੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਜਿਹੜੀ ਤੇਰੀ ਆਪਣੀ ਹੋਵੇ। ਉਹਨੇ ਪੜਚੋਲ ਕੀਤੀ, ਉਹਨੇ ਵੇਖਿਆ ਕਿ ਰਾਜ ਕਿਹਦਾ, ਉਹ ਵੀ ਮੇਰਾ ਨਹੀਂ, ਨਾਸ਼ ਹੋ ਜਾਣਾ। ਅੱਜ ਮੇਰੇ ਕੋਲ ਹੈ, ਕੱਲ ਨੂੰ ਕਿਸੇ ਹੋਰ ਕੋਲ ਚਲਾ ਜਾਏਗਾ। ਉਹਨੇ ਧਨ ਦੌਲਤ ਦੀ ਖੋਜ ਕੀਤੀ, ਅਖੀਰ ਕੀ ਪਤਾ ਲੱਗਾ ਵੀ ਇਹ ਵੀ ਮੇਰਾ ਨਹੀਂ ਹੈ। ਫਿਰ ਉਹਨੇ ਸਰੀਰ ਵੱਲ ਝਾਤ ਮਾਰੀ, ਅਖੀਰ ਪਤਾ ਲੱਗਾ ਵੀ ਇਹ ਵੀ ਮੇਰਾ ਨਹੀਂ ਹੈ, ਇਹਨੇ ਵੀ ਨਾਸ਼ ਹੋ ਜਾਣਾ, ਇਹਨੇ ਵੀ ਕੱਲ ਨੂੰ ਮੁੱਕ ਜਾਣਾ। ਤੇ ਜਦੋਂ ਸਾਰਾ ਪੜਚੋਲ ਕਰ ਲਈ ਨਾ, ਉਹਨੇ ਆਪਣੀ ਤਸੱਲੀ ਕਰ ਲਈ ਤੇ ਬਾਬੇ ਨਾਨਕ ਦੇ ਸਾਹਮਣੇ ਆ ਕੇ ਨਾ ਉਹਨੇ ਇੱਕ ਜ਼ਿਕਰ ਕੀਤਾ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਮੇਰੇ ਕੋਲ ਮੇਰਾ ਕੁਝ ਵੀ ਨਹੀਂ ਹੈ, ਮੈਂ ਕੀ ਰੱਖਾਂ ਤੁਹਾਡੇ ਅੱਗੇ। ਸਤਿਗੁਰੂ ਨੇ ਫਿਰ ਜਵਾਬ ਦਿੱਤਾ, ਕਹਿੰਦੇ ਇਹ ਤੇ ਸੀ ਤੇਰੀ ਬਾਹਰੀ ਪੜਚੋਲ, ਜੋ ਤੂੰ ਬਾਹਰੋਂ ਪੜਚੋਲ ਕੀਤੀ, ਤੂੰ ਹੁਣ ਅੰਦਰ ਪੜਚੋਲ ਤੇਰਾ ਆਪਣਾ ਕੀ ਹੈ। ਬਾਹਰੀ ਪੜਚੋਲ ਛੱਡ ਦੇ, ਹੁਣ ਬਾਹਰੀ ਜਿਹੜੀ ਖੋਜ ਹੈ ਉਹ ਛੱਡ ਦੇ, ਅੰਦਰ ਖੋਜ ਤੇਰਾ ਆਪਣਾ ਕੀ ਹੈ। ਹੁਣ ਉਹ ਜਦੋਂ ਅੰਦਰ ਖੋਜਣ ਲੱਗਾ, ਖੋਜਦਿਆਂ ਉਹਨੇ ਖੋਜ ਕੀ ਕੀਤੀ, ਹੁਣ ਉਹ ਇਹ ਖੋਜਣ ਲੱਗ ਗਿਆ ਵੀ ਮੇਰਾ ਆਪਣਾ ਕੀ ਹੈ। ਹੁਣ ਇਹ ਨਹੀਂ ਖੋਜ ਰਿਹਾ ਰੱਬ ਕੀ ਹੈ ਜਾਂ ਮੈਂ ਕੀ ਹਾਸਲ ਕਰਨਾ, ਨਹੀਂ, ਉਹ ਕੀ ਖੋਜ ਰਿਹਾ, ਮੇਰੇ ਕੋਲ ਮੇਰਾ ਆਪਣਾ ਕੀ ਹੈ। ਜਦੋਂ ਰਾਜਾ ਸ਼ਿਵਨਾਭ ਇਹ ਖੋਜ ਕਰਨ ਲੱਗਦਾ ਨਾ, ਬਸ ਇਹੀ ਖੋਜ ਹੈ ਉਹਦੀ ਜਿਹੜੀ ਉਹਨੂੰ ਪਰਮਾਤਮਾ ਤੱਕ ਪਹੁੰਚਾਉਂਦੀ ਹੈ, ਰੱਬ ਤੱਕ ਲੈ ਕੇ ਜਾਂਦੀ। ਤੇ ਅੱਜ ਮਨੁੱਖਾਂ ਦਾ ਰੱਬ ਤੋਂ ਦੂਰੀ ਦਾ ਕਾਰਨ ਕਹਿ ਸਕਦੇ ਹਾਂ, ਰੱਬ ਤੋਂ ਵਖਰੇਵੇਂ ਦਾ ਕਾਰਨ ਆਖ ਸਕਦੇ ਹਾਂ ਕਿ ਮਨੁੱਖ ਰੱਬ ਖੋਜ ਰਹੇ ਨੇ, ਮਨੁੱਖ ਰੱਬ ਨੂੰ ਲੱਭ ਰਹੇ ਨੇ। ਮਨੁੱਖ ਇਹ ਨਹੀਂ ਲੱਭ ਰਹੇ ਕਿ ਅਸੀਂ ਕੀ ਹਾਂ ਜਾਂ ਸਾਡਾ ਆਪਣਾ ਕੀ ਹੈ। ਖੈਰ, ਹੁਣ ਉਹ ਰਾਜਾ ਸ਼ਿਵਨਾਭ ਜਦੋਂ ਆਪਣੀ ਪੜਚੋਲ ਕਰਨ ਲੱਗਦਾ, ਫਿਰ ਗੁਰੂ ਨਾਨਕ ਸਾਹਿਬ ਨੇ ਜਦੋਂ ਕਿਹਾ ਭਾਈ ਤੂੰ ਅੰਦਰ ਖੋਜ, ਹੁਣ ਤੇਰੇ ਕੋਲ ਆਪਣਾ, ਤੂੰ ਖੋਜ ਅੰਦਰ ਦੀ ਕਰ, ਬਾਹਰ ਦੀ ਨਾ ਕਰ, ਤੇਰੇ ਕੋਲ ਆਪਣਾ ਕੀ ਹੈ। ਫਿਰ ਉਹ ਆਪਣੇ ਅੰਦਰ ਦੀ ਪੜਚੋਲ ਕਰਦਾ। ਜਦੋਂ ਆਪਣੇ ਅੰਦਰ ਦੀ ਪੜਚੋਲ ਕੀਤੀ ਤੇ ਕੀ ਮਿਲਿਆ, ਪਰਮਾਤਮਾ ਦਾ ਸਰੂਪ, ਸਿਰਫ ਮੈਂ ਹੀ ਆ। ਅੰਦਰ ਜਿਹੜੀ ਉਹ ਜੋਤ ਕਰਮ ਕਰ ਰਹੀ ਹੈ ਨਾ, ਅੰਦਰ ਜਿਹੜੀ ਜੋਤ ਵਰਕ ਕਰ ਰਹੀ ਹੈ, ਬਸ ਉਹ ਜੋਤ ਹੀ ਹੈ ਜਿਹੜੀ ਰੱਬ ਨੇ ਟਿਕਾ ਦਿੱਤੀ ਹੈ। ਤੇ ਜਦੋਂ ਮੈਂ ਆਪਣੇ ਸਰੂਪ ਦੀ ਗੱਲ ਕਰਾਂਗਾ ਤੇ ਫਿਰ ਰੱਬ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਇਹੋ ਕਾਰਨ ਹੈ ਜਦੋਂ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਤੇ ਉਹ ਜ਼ਿਕਰ ਕਰਦੇ, ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਜਦੋਂ ਬਾਬਾ ਕਬੀਰ ਜੀ ਨੇ ਜ਼ਿਕਰ ਕੀਤਾ ਤੇ ਕੀ ਕੀਤਾ, ਕਹਿੰਦੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਪੜਚੋਲ ਤੇ ਇਹ ਹੀ ਹੈ ਨਾ ਵੀ ਮੈਂ ਆਪਣੀ ਖੋਜ ਕਰਾਂ, ਮੇਰੇ ਕੋਲ ਆਪਣਾ ਕੀ ਹੈ। ਖੈਰ, ਸਤਿਗੁਰੂ ਜੀ ਨੇ ਆਖਿਆ, ਕਹਿੰਦੇ ਭਾਈ ਜਿਹ ਪ੍ਰਾਨੀ ਹਉਮੈ ਤਜੀ, ਜਿਹੜਾ ਆਪਣੀ ਜ਼ਿੰਦਗੀ ਵਿੱਚ ਹਉਮੈ ਨੂੰ ਤਜ ਦਿੰਦਾ, ਹਉਮੈ ਨੂੰ ਛੱਡ ਦਿੰਦਾ। ਹੁਣ ਖਿਆਲ ਕਰਿਓ, ਇੱਕ ਨਾ ਸ਼ੇਖ ਸਾਦੀ ਜੀ ਨੇ ਬੜੀ ਸੋਹਣੀ ਘਟਨਾ ਲਿਖੀ ਤੇ ਉਹਨਾਂ ਜ਼ਿਕਰ ਕਰਦੇ ਆ ਨਾ, ਲਿਖਿਆ, ਕਹਿੰਦੇ ਇੱਕ ਫਕੀਰ ਸਮਾਧੀ 'ਚ ਬਹਿ ਗਿਆ। ਹੁਣ ਉਹ ਸਮਾਧੀ 'ਚ ਬੈਠਾ ਤੇ ਰੱਬ ਦੇ ਨਾਲ ਉਹਨੇ ਬਾਤਾਂ ਪਾਈਆਂ, ਰੱਬ ਨਾਲ ਗੱਲਾਂ ਕੀਤੀਆਂ। ਫਕੀਰ ਅਕਸਰ ਸਮਾਧੀ 'ਚ ਇਸੇ ਕਰਕੇ ਬਹਿੰਦੇ ਵੀ ਉਹ ਰੱਬ ਨਾਲ ਵਿਚਾਰਾਂ ਕਰਦੇ। ਜਦੋਂ ਬਾਹਰੀ ਸੰਸਾਰ ਦੇ ਪ੍ਰਤੀ ਲਗਾਵ, ਬਾਹਰੀ ਸੰਸਾਰ ਦੇ ਪ੍ਰਤੀ ਖਿੱਚ ਮੁੱਕ ਜਾਂਦੀ ਹੈ। ਹੁਣ ਉਹਨਾਂ ਨੇ ਜਦੋਂ ਸਮਾਧੀ ਲਾਈ, ਬੈਠੇ ਰਹੇ, ਉਹਨਾਂ ਦੇ ਸਾਥੀ ਵੀ ਵੇਖਦੇ ਰਹੇ ਵੀ ਸਾਡਾ ਸਾਥੀ ਅੱਜ ਸਮਾਧੀ ਵਿੱਚ ਬੈਠਾ। ਕੁਝ ਸਮਾਂ ਗੁਜ਼ਰਿਆ। ਜਿਸ ਦਿਨ ਉਹ ਸਮਾਧੀ ਚੋਂ ਬਾਹਰ ਆਏ, ਉਹਨਾਂ ਦੇ ਸਾਥੀਆਂ ਨੇ ਆ ਕੇ ਉਹਨਾਂ ਨੂੰ ਮਿਲਣਾ ਕੀਤਾ, ਮਿਲੇ ਆ ਕੇ। ਤੇ ਉਹ ਫਕੀਰ ਤੇ ਸਾਥੀ ਉਹਨੂੰ ਇੱਕ ਸਵਾਲ ਕਰ ਰਹੇ, ਕਹਿੰਦੇ ਤੂੰ ਰੱਬ ਦੇ ਘਰ ਵਿੱਚ ਜਾ ਕੇ ਆਇਆ ਤੇ ਸਾਡੇ ਲਈ ਕੀ ਲੈ ਕੇ ਆਏ ਹੋ? ਉਹਨਾਂ ਸਵਾਲ ਕੀਤਾ ਵੀ ਸਾਡੇ ਲਈ ਕਿਹੜਾ ਫੁੱਲ, ਕਿਹੜਾ ਫਲ ਲੈ ਕੇ ਆਏ ਹੋ? ਰੱਬ ਦੇ ਘਰ ਜਾ ਕੇ ਆਏ ਹੋ ਤੁਸੀਂ? ਤੇ ਉਸ ਫਕੀਰ ਨੇ ਨਾ ਇੱਕ ਜਵਾਬ ਦਿੱਤਾ, ਕਹਿੰਦਾ ਮੈਂ ਲੈ ਕੇ ਤੁਹਾਡੇ ਲਈ ਕੁਛ ਨਹੀਂ ਆਇਆ। ਕਹਿੰਦਾ ਕਿਉਂ? ਉਹਨਾਂ ਦੇ ਸਾਥੀਆਂ ਦਾ ਸਵਾਲ ਵੀ ਕਿਉਂ ਨਹੀਂ ਲੈ ਕੇ ਆਏ? ਕੀ ਉੱਥੇ ਕੋਈ ਫਲ ਜਾਂ ਫੁੱਲ ਮੌਜੂਦ ਨਹੀਂ ਸੀ? ਤੇ ਅੱਗੋਂ ਫਕੀਰ ਨੇ ਜਵਾਬ ਬੜਾ ਸੋਹਣਾ ਦਿੱਤਾ। ਉਹ ਕਹਿੰਦਾ ਉੱਥੇ ਫਲ ਵੀ ਬਹੁਤ ਸੀ,
ਉੱਥੇ ਫੁੱਲ ਵੀ ਕਈ ਤਰ੍ਹਾਂ ਦੇ ਸੀ, ਪਰ ਜਦੋਂ ਮੈਂ ਉੱਥੇ ਪਹੁੰਚਿਆ ਨਾ, ਉਹਨਾਂ ਫੁੱਲਾਂ ਤੇ ਫਲਾਂ ਦੀ ਸੁਗੰਧੀ ਇੰਨੀ ਕੁ ਜ਼ਿਆਦਾ ਖਿੱਚਵੀਂ ਸੀ ਨਾ, ਮੈਂ ਉਹਨਾਂ ਦੀ ਸੁਗੰਧੀ ਮਾਣਦਾ ਹੋਇਆ ਹੋਸ਼ ਗਵਾ ਬੈਠਾ। ਜਦੋਂ ਹੋਸ਼ ਗਵਾਈ, ਮੈਨੂੰ ਪਿੱਛਾ ਭੁੱਲ ਹੀ ਗਿਆ, ਮੈਨੂੰ ਇਹ ਵੀ ਭੁੱਲ ਗਿਆ ਵੀ ਤੁਸੀਂ ਵੀ ਹੋ, ਮੈਨੂੰ ਚੇਤਾ ਹੀ ਨਹੀਂ ਰਿਹਾ, ਮੈਨੂੰ ਇਹ ਵੀ ਯਾਦ ਨਹੀਂ ਰਿਹਾ ਕਿ ਮਗਰ ਤੁਸੀਂ ਵੀ ਹੋ, ਮੈਨੂੰ ਮਗਰਲਾ ਸਾਰਾ ਭੁੱਲ ਹੀ ਗਿਆ। ਉੱਥੇ ਬੈਠ ਕੇ ਜਦੋਂ ਮੈਂ ਉਹਨਾਂ ਫੁੱਲਾਂ ਦੀ ਸੁਗੰਧੀ ਨੂੰ ਮਾਣਿਆ, ਉਹਨਾਂ ਫਲਾਂ ਦੀ ਸੁਗੰਧੀ ਨੂੰ ਮਾਣਿਆ, ਤੇ ਉਦੋਂ ਇੰਨਾ ਕੁ ਹੋਸ਼ ਉਹਨਾਂ ਵਿੱਚ ਮੈਂ ਮਗਨ ਹੋ ਗਿਆ ਕਿ ਆਪਣੀ ਹੋਸ਼ ਗਵਾਈ, ਇੰਨੀ ਕੁ ਹੋਸ਼ ਗਵਾ ਬੈਠਾ, ਮੈਨੂੰ ਪਿੱਛਾ ਭੁੱਲ ਗਿਆ, ਮੈਨੂੰ ਤੁਹਾਡਾ ਖਿਆਲ ਵੀ ਭੁੱਲ ਗਿਆ, ਤੁਹਾਡਾ ਖਿਆਲ ਵੀ ਨਹੀਂ ਰਿਹਾ। ਇਸ ਲਈ ਮੈਂ ਕੁਛ ਲੈ ਕੇ ਨਹੀਂ ਆਇਆ ਤੁਹਾਡੇ ਲਈ। ਹਾਂ, ਮੈਂ ਇਹ ਹੁਣ ਜ਼ਰੂਰ ਚਾਹੁੰਦਾ ਕਿ ਜਿੱਥੇ ਮੈਂ ਪੁੱਜਾ ਹਾਂ ਉੱਥੇ ਤੁਸੀਂ ਵੀ ਪੁੱਜੋ, ਕਿਉਂਕਿ ਉੱਥੋਂ ਕੁਛ ਲਿਆਉਣਾ ਨਹੀਂ, ਉੱਥੋਂ ਸਿਰਫ ਉਹਨੂੰ ਮਾਣਿਆ ਜਾ ਸਕਦਾ ਹੈ, ਉਹਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਤੇ ਉਦਣ ਹੀ ਮਹਿਸੂਸ ਕਰਾਂਗੇ ਜਿਸ ਦਿਨ ਅਸੀਂ ਆਪਾ ਭਾਵ ਗਵਾ ਦਿਆਂਗੇ। ਹਉਮੈ ਨੂੰ ਤਜਣਾ, ਹਉਮੈ ਨੂੰ ਛੱਡਣਾ, ਹੰਕਾਰ ਨੂੰ ਗਵਾਉਣਾ, ਫੇਰ ਹੀ ਜਾ ਕੇ ਨਿਰੰਕਾਰ ਦੇ ਵਿੱਚ ਲੀਨਤਾ ਮਿਲਦੀ, ਉਸ ਤੋਂ ਬਿਨਾ ਨਹੀਂ। ਅਸੀਂ ਜਿੰਨਾ ਮਰਜ਼ੀ ਯਤਨ ਕਰ ਲਈਏ। ਵੇਖੋ ਸਤਿਗੁਰੂ ਜੀ ਦੀ ਬਾਣੀ ਪੜ੍ਹ ਕੇ ਮਾਲਕ ਕਹਿੰਦੇ ਨਾ, ਹਉ ਹਉ ਭੀਤ ਭਇਓ ਹੈ ਬੀਚੋ। ਕੀ ਹੈ? ਸਿਰਫ ਇੱਕ ਹਉਮੈ ਦੀ ਭੀਤ ਹੈ ਜਿਹੜੀ ਸਾਡੇ ਤੇ ਰੱਬ ਦੇ ਵਿਚਾਲੇ ਖੜੋਤੀ ਹੈ। ਤੇ ਉਹ ਭੀਤ ਕਿੱਡੀ ਕੈ, ਭਾਂਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ। ਸਿਰਫ ਇੰਨੀ ਕੀ ਹੈ ਕਿ ਜਿਵੇਂ ਇੱਕ ਤਿਤਲੀ ਦੇ ਖੰਭ, ਇੰਨੀ ਕੁ ਉਹ ਭੀਤ ਹੈ, ਇੰਨੀ ਕੁ ਉਹ ਦੀਵਾਰ ਹੈ, ਜਿਹੜੀ ਦੀਵਾਰ ਨੇ ਅੱਜ ਤੱਕ ਸਾਡੇ ਤੇ ਰੱਬ ਵਿੱਚ ਵਖਰੇਵਾ ਰੱਖਿਆ ਹੋਇਆ। ਅੱਜ ਤੱਕ ਕੋਈ ਬਹੁਤਾ ਵੱਡਾ ਪੜਦਾ ਹੋਵੇ ਨਾ, ਤੇ ਬੰਦਾ ਕਹਿੰਦਾ ਵੀ ਚੰਗਾ ਲੱਗਦਾ ਜੀ, ਪਰਦਾ ਬੜਾ ਮੋਟਾ, ਦੂਰੀ ਬੜੀ ਜ਼ਿਆਦੀ ਹੈ। ਕਿੱਡੀ ਹੈਰਾਨੀ ਦੀ ਗੱਲ ਹੈ ਕਿ ਤਿਤਲੀ ਦੇ ਖੰਭ ਜਿੰਨਾ ਪੜਦਾ, ਪਰ ਉਹ ਪੜਦਾ ਇੰਨਾ ਕੁ ਜ਼ਿਆਦਾ ਮਜ਼ਬੂਤ ਹੈ, ਇੰਨਾ ਕੁ ਜ਼ਿਆਦਾ ਭਾਰੀ ਹੈ ਉਹ, ਕਿ ਉਹ ਪੜਦਾ ਹੀ ਸਾਨੂੰ ਅਕਾਲ ਪੁਰਖ ਪਰਮੇਸ਼ਵਰ ਤੱਕ ਪਹੁੰਚਣ ਨਹੀਂ ਦਿੰਦਾ, ਉਹਦੇ ਨਾਲ ਸਾਡਾ ਮੇਲ ਨਹੀਂ ਹੋਣ ਦਿੰਦਾ। ਤੇ ਸਤਿਗੁਰੂ ਜੀ ਨੇ ਅੱਜ ਕਿਹਾ, ਕਹਿੰਦੇ ਜਿਨ੍ਹਾਂ ਨੇ ਹਉਮੈ ਤਜ ਦਿੱਤੀ, ਕਰਤਾ ਰਾਮ ਪਛਾਨ, ਉਹੀ ਰਾਮ ਦੀ ਪਹਿਚਾਨ ਕਰ ਸਕਦੇ ਨੇ ਜਿਹੜੇ ਹਉਮੈ ਨੂੰ ਤਜ ਦਿੰਦੇ ਨੇ। ਹਉਮੈ ਨੂੰ ਤਜਣਾ ਹੀ ਹੈ, ਜਬ ਹਮ ਹੋਤੇ ਤਬ ਤੂੰ ਨਹੀਂ। ਜਿਹੜਾ ਮੈਂ ਕਰਨ ਵਾਲਾ ਹੈ ਉਹ ਤੂੰ ਕਿੱਦਾਂ ਕਰ ਲਏਗਾ? ਜਿਹਨੂੰ ਮੈਂ ਕਰਨ ਦੀ ਆਦਤ ਹੈ, ਉਹ ਤੂੰ ਕਿਸ ਤਰੀਕੇ ਨਾਲ ਕਰ ਲਏਗਾ? ਉਹ ਤੂੰ ਕਦੇ ਵੀ ਨਹੀਂ ਕਰ ਸਕਦਾ ਜਿਹਨੂੰ ਮੈਂ ਕਰਨ ਦੀ ਆਦਤ ਹੈ। ਤੇ ਜਿਹੜਾ ਤੂੰ ਕਰਨ ਦੀ ਆਦਤ ਪਾ ਲਏ, ਉਹ ਕਦੇ ਮੈਂ ਕਰਦਾ ਨਹੀਂ। ਹੁਣ ਖਿਆਲ ਰੱਖਿਓ, ਇੱਕ ਨਾ ਬੜਾ ਪਿਆਰਾ ਦ੍ਰਿਸ਼ਟਾਂਤ ਮਿਲਦਾ ਹੈ। ਇੱਕ ਮੁਰਸ਼ਿਦ ਦਾ ਨਾ ਸੇਵਕ, ਉਹਦੇ ਨਾਲ ਬੜਾ ਪਿਆਰ ਕਰਦਾ। ਤੇ ਜਦੋਂ ਉਹਦੇ ਕੋਲ ਗਿਆ, ਉਹਨੇ ਜਾ ਕੇ ਨਾ ਉਹਦਾ ਦਰਵਾਜ਼ਾ ਖੜਕਾਇਆ, ਤੇ ਉਹਨੇ ਅੰਦਰ ਬੈਠੇ ਨੇ ਆਵਾਜ਼ ਲਾ ਲਈ ਵੀ ਤੂੰ ਕੌਣ ਹੈ? ਹੁਣ ਜਿਹੜਾ ਸੇਵਕ ਸੀ, ਸ਼ਾਗਿਰਦ ਸੀ, ਉਹ ਬੋਲਿਆ, ਕਹਿੰਦਾ ਜੀ ਮੈਂ ਆ। ਮੁਰਸ਼ਿਦ ਨੇ ਦਰਵਾਜ਼ਾ ਨਹੀਂ ਖੋਲਿਆ, ਉਹਨੇ ਦਰਵਾਜ਼ਾ ਨਹੀਂ ਖੋਲਿਆ। ਉਸੇ ਤਰ੍ਹਾਂ ਕਿੰਨਾ ਚਿਰ ਖੜੋਤਾ ਰਿਹਾ, ਬਾਹਰ ਖੜੋਤਾ ਰਿਹਾ। ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਚੋਂ ਵਾਪਸ ਚਲੇ ਗਿਆ। ਤੇ ਜਦੋਂ ਵਾਪਸ ਗਿਆ ਨਾ, ਰਸਤੇ ਵਿੱਚ ਤੁਰਿਆ ਜਾਂਦਾ, ਸੋਚਦਾ ਜਾਂਦਾ ਵੀ ਮੈਂ ਆਪਣੇ ਮੁਰਸ਼ਿਦ ਨਾਲ ਇੰਨਾ ਪਿਆਰ ਕਰਦਾ, ਉਹਦਾ ਮੇਰੇ ਨਾਲ ਬੜਾ ਲਗਾਵ ਹੈ, ਵੀ ਅੱਜ ਉਹਨਾਂ ਗੇਟ ਦਰਵਾਜ਼ਾ ਖੋਲਿਆ ਕਿਉਂ ਨਹੀਂ? ਕਾਰਨ ਕੀ ਹੈ? ਤੇ ਜਦੋਂ ਕਾਰਨ ਦੀ ਬਾਤ ਆਈ, ਫਿਰ ਹੌਲੀ ਹੌਲੀ ਉਹਨੇ ਪੜਚੋਲ ਕਰਨੀ ਸ਼ੁਰੂ ਕੀਤੀ ਵੀ ਮੈਂ ਇੰਨਾ ਹੀ ਕਿਹਾ ਸੀ ਨਾ ਵੀ ਮੈਂ ਆ ਜੀ, ਦਰਵਾਜ਼ਾ ਖੁੱਲਿਆ ਨਹੀਂ। ਉਹਨੇ ਹੁਣ ਪੜਚੋਲ ਕਰਨੀ ਸ਼ੁਰੂ ਕਰਤੀ, ਉਹ ਸਮਝਣ ਲੱਗ ਪਿਆ। ਜਦੋਂ ਥੋੜਾ ਜਿਹਾ ਸਮਾਂ ਗੁਜ਼ਰਿਆ ਨਾ, ਥੋੜਾ ਜਿਹਾ ਸਮਾਂ ਉਹਨੇ ਪੜਚੋਲ ਕੀਤੀ, 4 ਦਿਨ 10 ਦਿਨ 20 ਦਿਨ ਮਹੀਨਾ, ਜਦੋਂ ਉਹਨੇ ਪੜਚੋਲ ਕੀਤੀ, ਤੇ ਪੜਚੋਲ ਕਰਨ ਤੋਂ ਬਾਅਦ ਚ ਹੁਣ ਉਹਦੇ ਮਨ 'ਚ ਇੱਕ ਖਿਆਲ ਆਇਆ ਵੀ ਲੱਗਦਾ ਮੈਂ ਹੀ ਹੈ ਜਿਹਨੇ ਅਜੇ ਤੱਕ ਦਰਵਾਜ਼ਾ ਖੁੱਲਣ ਨਹੀਂ ਦਿੱਤਾ, ਜਿਹਨੇ ਅਜੇ ਤੱਕ ਦਰਵਾਜ਼ਾ ਖੁੱਲਣ ਨਹੀਂ ਦਿੱਤਾ। ਉਹ ਫਿਰ ਇੱਕ ਦਿਨ ਗਿਆ, ਜਦੋਂ ਗਿਆ ਉਹਨੇ ਜਾ ਕੇ ਫਿਰ ਦਰਵਾਜ਼ਾ ਖੜਕਾਇਆ। ਮੁਰਸ਼ਿਦ ਨੇ ਉਸੇ ਤਰ੍ਹਾਂ ਅੰਦਰੋਂ ਫਿਰ ਆਵਾਜ਼ ਮਾਰੀ ਵੀ ਕੌਣ ਹੈ? ਉਦਣ ਕਹਿੰਦਾ ਜੀ ਕੋਈ ਵੀ ਨਹੀਂ,
ਕੋਈ ਵੀ ਨਹੀਂ, ਤੁਸੀਂ ਹੀ ਤੁਸੀਂ ਹੋ। ਉਸੇ ਦਿਨ ਦਰਵਾਜ਼ਾ ਖੁੱਲ ਗਿਆ। ਬਸ ਆਹੀ ਹੈ, ਜਿੰਨਾ ਚਿਰ ਅਸੀਂ ਰੱਬ ਦੇ ਸਾਹਮਣੇ ਜਾ ਕੇ, ਰੱਬ ਦੇ ਕੋਲੇ ਜਾ ਕੇ ਦਰਵਾਜ਼ਾ ਖੜਕਾ ਕੇ ਅਸੀਂ ਇਹ ਨਹੀਂ ਨਾ ਕਹਿ ਦਿੰਦੇ ਵੀ ਕੋਈ ਵੀ ਨਹੀਂ ਹੈ, ਬਸ ਤੂੰ ਹੀ ਤੂੰ ਹੈ, ਉਹਨਾਂ ਚਿਰ ਨਹੀਂ ਜੇ ਉਹਦੇ ਨਾਲ ਮਿਲਾਪ ਹੋਣਾ, ਜਿੰਨਾ ਚਿਰ ਅਸੀਂ ਆਹ ਨਹੀਂ ਕਹਿ ਦਿੰਦੇ। ਕਿਉਂਕਿ ਅਸੀਂ ਅਜੇ ਤੱਕ ਆਪਣੀ ਹੋਂਦ ਲੈ ਕੇ ਬੈਠੇ ਹਾਂ, ਅਸੀਂ ਆਪਣੀ ਹੋਂਦ ਨੂੰ ਖਤਮ ਨਹੀਂ ਕਰ ਸਕੇ। ਤੇ ਜਿੰਨਾ ਚਿਰ ਅਸੀਂ ਆਪਣੀ ਹੋਂਦ ਨੂੰ ਖਤਮ ਨਹੀਂ ਕਰ ਲੈਂਦੇ ਨਾ, ਖਿਆਲ ਰੱਖਿਓ, ਉਹਨਾਂ ਚਿਰ ਉਹਦੇ ਵਿੱਚ ਲੀਨ ਹੋ ਜਾਣਾ ਨਾਮੁਮਕਿਨ ਹੈ। ਇੱਕ ਲਫ਼ਜ਼ ਮੈਂ ਆਪ ਜੀ ਦੇ ਅੱਗੇ ਅਕਸਰ ਇਹ ਬੇਨਤੀ ਰੂਪ ਵਜੋਂ ਰੱਖੀਦਾ ਜਾਂ ਕਰਦੇ ਹਾਂ ਕਿ ਦੁਨੀਆ ਤੇ ਐਸਾ ਕੋਈ ਕਾਰਜ ਨਹੀਂ ਹੈ ਜਿਹੜਾ ਇੰਪੋਸੀਬਲ ਹੋਵੇ। ਹਰ ਇੱਕ ਚੀਜ਼ ਜਿਹੜੀ ਆ ਉਹ ਪੋਸੀਬਲ ਹੈ, ਹਰ ਇੱਕ ਚੀਜ਼ ਮੁਮਕਿਨ ਹੈ। ਮੁਸ਼ਕਿਲ ਜ਼ਰੂਰ ਹੋ ਸਕਦੀ ਹੈ ਪਰ ਨਾਮੁਮਕਿਨ ਨਹੀਂ। ਤੇ ਖਿਆਲ ਰੱਖਿਓ, ਜੇ ਅਸੀਂ ਆਪਾ ਭਾਵ ਨਹੀਂ ਗਵਾ ਸਕੇ ਨਾ, ਆਪੇ ਭਾਵ ਨੂੰ ਖਤਮ ਨਹੀਂ ਕਰ ਸਕੇ, ਤੇ ਫਿਰ ਆ ਜੀਵਨ ਦੇ ਅੰਦਰ ਜਿਹੜੀ ਰੱਬ ਦੀ ਪ੍ਰਾਪਤੀ ਜਾਂ ਰੱਬ ਵਿੱਚ ਲੀਨਤਾ ਨਾ, ਉਦੋਂ ਅਸੀਂ ਕਹਿ ਸਕਦੇ ਹਾਂ ਕਿ ਨਾਮੁਮਕਿਨ ਹੈ, ਜਿੰਨਾ ਚਿਰ ਅਸੀਂ ਆਪਣਾ ਭਾਵ ਨਹੀਂ ਗਵਾ ਲੈਂਦੇ। ਹਾਂ, ਆਪਣਾ ਭਾਵ ਗਵਾ ਲਾਂਗੇ ਫਿਰ ਉਹਦੇ ਵਿੱਚ ਲੀਨਤਾ ਵੀ ਮਿਲ ਜਾਏਗੀ, ਅਸੀਂ ਲੀਨ ਵੀ ਹੋ ਜਾਵਾਂਗੇ। ਪਰ ਜਿੰਨਾ ਚਿਰ ਸਾਡੇ ਕੋਲ ਆਪਣਾ ਭਾਵ ਹੈ, ਅਸੀਂ ਆਪਾ ਭਾਵ ਲੈ ਕੇ ਬੈਠੇ ਹਾਂ, ਉਹਨਾਂ ਚਿਰ ਕਦੇ ਲੀਨਤਾ ਨਹੀਂ ਹੈ। ਇਸੇ ਕਰਕੇ ਤੇ ਮਾਲਕ ਜੀ ਨੇ ਬਾਣੀ 'ਚ ਆਖਿਆ, ਹਉਮੈ ਦੀਰਘ ਰੋਗ ਹੈ। ਭਾਈ ਰੋਗ ਬੜਾ ਵੱਡਾ ਇਹ ਤੇ ਐਡਾ ਵੱਡਾ ਰੋਗ ਹੈ, ਇਹਦੇ ਵਿੱਚ ਹੀ ਜੀਵ ਆਉਂਦਾ ਹੈ, ਇਹਦੇ ਵਿੱਚ ਹੀ ਜੀਵ ਜਾਂਦਾ ਹੈ, ਇਹਦੇ ਵਿੱਚ ਹੀ ਜੰਮਦਾ, ਇਹਦੇ ਵਿੱਚ ਹੀ ਮਰ ਜਾਂਦਾ, ਇਹਦੇ ਵਿੱਚ ਹੀ ਫਿਰ ਸੰਸਾਰ ਦੇ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ। ਇਹ ਸਾਰਾ ਕੁਝ ਕੀ ਹੈ? ਸਿਰਫ ਹੰਕਾਰ ਕਰਕੇ, ਹਉਮੈ ਕਰਕੇ। ਹਉਮੈ ਇਹਾ ਜ਼ਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ ਫਿਰ ਜੂਨੀ ਪਾਹੇ। ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਹੁਣ ਸਾਰਾ ਕੁਝ ਹੰਕਾਰ ਕਰਕੇ ਹੀ ਹੈ। ਆਪਾਂ ਜਦੋਂ ਸ਼ੁਰੂਆਤ ਕੀਤੀ ਤੇ ਬਾਬੇ ਨਾਨਕ ਜੀ ਦੇ ਪਾਵਨ ਬਚਨਾਂ ਨੂੰ ਲੈ ਕੇ ਚੱਲੇ, ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਤੇ ਕੀ ਜਵਾਬ ਹੈ? ਹਉਮੈ ਕਰਕੇ ਹੀ ਉਪਜ ਰਿਹਾ ਨਾ, ਹਉਮੈ ਦੇ ਕਰਕੇ ਜਗਤ ਜਿਹੜਾ ਉਹ ਪੈਦਾ ਹੋ ਰਿਹਾ, ਜੰਮ ਰਿਹਾ, ਮਰ ਰਿਹਾ। ਹੰਕਾਰ ਹੀ ਹੈ ਜਿਹੜਾ ਜੀਵ ਨੂੰ ਅਜੇ ਤੱਕ ਨਿਰੰਕਾਰ ਵਿੱਚ ਸਮਾਉਣ ਨਹੀਂ ਦਿੰਦਾ, ਤੇ ਜਿਹੜਾ ਨਿਰੰਕਾਰ ਵਿੱਚ ਸਮਾ ਜਾਂਦਾ ਹੈ ਉਹ ਹੰਕਾਰ ਤੋਂ ਪਾਸੇ ਹੋ ਜਾਂਦਾ। ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਨੂੰ ਪੜ੍ਹਿਆ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਫਿਰ ਉਹ ਹੰਕਾਰ ਦੀਆਂ ਗੱਲਾਂ ਨਹੀਂ ਕਰਦਾ, ਹਉਮੈ ਦੀਆਂ ਬਾਤਾਂ ਨਹੀਂ ਕਰਦਾ, ਜਿਹੜਾ ਹੁਕਮ ਨੂੰ ਬੁੱਝ ਲੈਂਦਾ, ਹੁਕਮ ਨੂੰ ਜਾਣ ਲੈਂਦਾ। ਤੇ ਇੱਥੇ ਬਾਤ ਹੈ, ਪ੍ਰਾਨੀ ਨੇ ਹੰਕਾਰ ਨੂੰ ਤਜਣਾ। ਜਿੰਨੇ ਮੈਂ ਤਿਆਗ ਦਿੱਤੀ ਹੈ ਉਹੀ ਤੂੰ ਵਿੱਚ ਸਮਾਏਗਾ। ਤੇ ਜਿਹੜਾ ਆਪਣੇ ਹਿਰਦੇ ਵਿੱਚ ਮੈਂ ਬਰਕਰਾਰ ਰੱਖ ਕੇ ਬੈਠਾ, ਉਹ ਤੂੰ ਵਿੱਚ ਕਦੇ ਵੀ ਨਹੀਂ ਸਮਾ ਸਕਦਾ ਉਹਨਾਂ ਚਿਰ, ਜਿੰਨਾ ਚਿਰ ਸਾਡੇ ਕੋਲ ਮੈਂ ਹੈ ਉਹਨਾਂ ਚਿਰ ਤੂੰ ਨਹੀਂ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ। ਠੀਕ ਉਸੇ ਤਰ੍ਹਾਂ ਜਿਵੇਂ ਸਮੁੰਦਰ ਦੇ ਵਿੱਚ ਪਾਣੀ ਤੇ ਹੈ, ਸਮੁੰਦਰ ਵਿਚਲਾ ਪਾਣੀ, ਦਰਿਆ ਵਿਚਲਾ ਪਾਣੀ, ਜਾਂ ਆਪਾਂ ਉਸ ਪਾਣੀ ਦੇ ਸੋਮੇ ਦੀ ਗੱਲ ਕਰ ਲਈਏ, ਜਿਹੜਾ ਪਾਣੀ ਦਾ ਸੋਮਾ ਇਸ਼ਨਾਨ ਕਰਨ ਦੇ ਕੰਮ ਆਵੇ, ਪਾਣੀ ਦਾ ਸੋਮਾ ਸਾਡੇ ਪੀਣ ਦੇ ਕੰਮ ਆਵੇ, ਸਾਡੇ ਹਰ ਇੱਕ ਵਰਤੋਂ ਵਾਸਤੇ ਜਿਹੜਾ ਜਲ ਵਰਤਿਆ ਜਾਏ। ਹੁਣ ਉਹ ਜਲ ਜਿੰਨਾ ਚਿਰ ਉਹ ਦਰਿਆ ਦੇ ਅੰਦਰ ਹੈ ਉਹਨਾਂ ਚਿਰ ਉਹ ਜਲ ਸਾਡੇ ਵਰਤਣ ਯੋਗ ਹੈ। ਪਰ ਜਿਸ ਦਿਨ ਉਹੀ ਦਰਿਆ ਵਿਚਲਾ ਜਲ ਲਹਿਰਾਂ ਬਣ ਕੇ ਜਦੋਂ ਪਾਸੇ ਹੋ ਕੇ ਟੋਇਆਂ ਟੱਬਿਆਂ ਵਿੱਚ ਪੈ ਜਾਏਗਾ, ਤੇ ਉਹ ਆਪਣੇ ਮੂਲ ਨਾਲੋਂ ਟੁੱਟਿਆ ਹੋਇਆ ਜਲ ਕੁਝ ਕੁ ਚਿਰ ਤੇ ਉਹਦੀ ਹਸਤੀ ਰਹੇਗੀ ਬਰਕਰਾਰ। ਥੋੜਾ ਤਵੱਜੋ ਦੇ ਕੇ ਸਮਝਿਓ, ਕੁਝ ਤੇ ਚਿਰ ਰਹੇਗੀ ਉਹਦੀ ਹਸਤੀ ਬਰਕਰਾਰ, ਉਹ ਸੁਗੰਧੀ ਵਾਲਾ ਵੀ ਰਹੇਗਾ, ਸਾਫ਼ ਸੁਥਰਾ ਵੀ ਰਹੇਗਾ। ਪਰ ਕੁਝ ਦਿਨਾਂ ਬਾਅਦ ਉਹ ਪਾਣੀ ਜਿਹੜਾ ਆਪਣੇ ਮੂਲ ਸੋਮੇ ਤੋਂ ਵਿਛੜ ਗਿਆ, ਉਹਨੇ ਕੀ ਕਰਨਾ? ਬਦਬੂ ਮਾਰਨ ਲੱਗ ਜਾਣਾ। ਉਹਦੇ ਵਿੱਚ ਕਈ ਜੀਵ ਪੈਦਾ ਹੋ ਜਾਣਗੇ, ਉਹਦੇ ਵਿੱਚ ਕਈ ਕੀੜੇ ਪੈਦਾ ਹੋ ਜਾਣਗੇ, ਗੰਦਗੀ ਉਹਦੇ ਵਿੱਚ ਪੈਦਾ ਹੋ ਜਾਏਗੀ। ਹੈ ਤੇ ਉਸੇ ਦਰਿਆ ਦਾ ਮੂਲ ਨਾ। ਹੁਣ ਉਹਦੀ ਗੰਦਗੀ ਖਤਮ ਕਰਨ ਦਾ ਇੱਕੋ ਹੀ ਤਰੀਕਾ ਹੈ, ਉਹਦੇ ਕੀਟਾਣੂ ਖਤਮ ਕਰਨ ਦਾ ਇੱਕੋ ਹੀ ਤਰੀਕਾ, ਉਹਦੀ ਅਪਵਿੱਤਰਤਾ ਨੂੰ ਪਵਿੱਤਰਤਾ ਵਿੱਚ ਬਦਲਣ ਦਾ ਇੱਕੋ ਹੀ ਢੰਗ ਹੈ। ਉਹਨੂੰ ਮੁੜ ਫਿਰ ਉਹਦੇ ਮੂਲ ਵਿੱਚ ਮਿਲਾ ਦਿੱਤਾ ਜਾਏ, ਮੁੜ ਉਹਦੇ ਮੁੱਢ ਵਿੱਚ ਫਿਰ ਮਿਲਾ ਦਿੱਤਾ। ਹੁਣ ਉਹ ਦਰਿਆ ਹੈ, ਜਦੋਂ ਉਸ ਦਰਿਆ 'ਚ ਜੇ ਅਸੀਂ 2-4 ਬਾਲਟੀਆਂ ਜਾਂ 2-4 ਬੁੱਕ ਗੰਦੇ ਪਾਣੀ ਦੇ ਵੀ ਪਾ ਦਾਂਗੇ, ਤੇ ਉਹ ਗੰਦੇ ਪਾਣੀ ਨੇ ਵੀ ਸੁਥਰਾ ਹੋ ਜਾਣਾ, ਉਹ ਵੀ ਸਾਫ਼ ਹੋ ਜਾਏਗਾ, ਉਹਦੀ ਬਦਬੂ ਵੀ ਖਤਮ ਹੋ ਜਾਏਗੀ, ਉਹ ਫਿਰ ਸੁਗੰਧੀ ਵਾਲਾ ਬਣ ਜਾਏਗਾ।
ਇਸੇ ਤਰ੍ਹਾਂ ਰੱਬ ਨਾ ਇੱਕ ਬੜਾ ਵੱਡਾ ਪਾਣੀ ਦਾ ਸੁੰਮ ਹੈ, ਤੇ ਅਸੀਂ ਸਾਰੇ ਜੀਵ ਜਿਹੜੇ ਆ ਨਾ ਉਸ ਸੋਮੇ ਵਿੱਚ ਜਿੰਨਾ ਚਿਰ ਹਾਂ ਉਹਨਾਂ ਚਿਰ ਤੇ ਸ਼ੁੱਧ ਹੋਵਾਂਗੇ, ਉਹਨਾਂ ਚਿਰ ਤੇ ਸੁਗੰਧੀ ਭਰੇ ਹੋਵਾਂਗੇ, ਉਹਨਾਂ ਚਿਰ ਤੇ ਸਾਡੇ ਕੋਲੋਂ ਬੜਾ ਸੁਗੰਧੀ ਵੀ ਆਏਗੀ, ਤੇ ਅਸੀਂ ਉਹਨਾਂ ਚਿਰ ਚੰਗੇ ਵੀ ਹੋਵਾਂਗੇ ਜਿੰਨਾ ਚਿਰ ਉਸ ਅਕਾਲ ਪੁਰਖ ਰੂਪੀ ਜਿਹੜਾ ਪਾਣੀ ਦਾ ਸੋਮਾ ਹੈ ਜਿੰਨਾ ਚਿਰ ਉਹਦੇ ਵਿੱਚ ਲੀਨ ਆ। ਹਾਂ, ਜਿਸ ਦਿਨ ਅਸੀਂ ਆਪਣੀ ਹੋਂਦ ਉਹਦੇ ਤੋਂ ਵੱਖਰੀ ਸਮਝਾਂਗੇ, ਹੋ ਸਕਦਾ ਹੈ ਕੁਝ ਚਿਰ ਵਾਸਤੇ ਸਾਡੀ ਹਸਤੀ ਬਰਕਰਾਰ ਰਵੇ, ਪਰ ਜਿਹੜੀ ਕੁਝ ਚਿਰ ਵਾਸਤੇ ਹਸਤੀ ਬਰਕਰਾਰ ਹੈ, ਖਿਆਲ ਰੱਖਿਓ ਕੁਝ ਚਿਰ ਬਾਅਦ ਉਹਨੇ ਹਸਤੀ ਨੇ ਗੰਦਗੀ ਨਾਲ ਭਰ ਜਾਣਾ ਹੈ। ਇਹਦੇ ਵਿੱਚ ਫਿਰ ਕਈ ਤਰ੍ਹਾਂ ਦੇ ਕੀਟਾਣੂ ਪੈਦਾ ਹੋ ਜਾਣਗੇ, ਕਈ ਤਰ੍ਹਾਂ ਦੀ ਇਹਦੇ ਵਿੱਚ ਜਿਹੜੀ ਬਦਬੂ ਹੈ ਉਹ ਪੈਦਾ ਹੋ ਜਾਏਗੀ। ਹੁਣ ਇਸ ਬਦਬੂ ਨੂੰ, ਇਹਨਾਂ ਕੀਟਾਣੂਆਂ ਨੂੰ ਖਤਮ ਕਰਨ ਦਾ ਕੀ ਤਰੀਕਾ ਹੈ? ਜਿਵੇਂ ਪਾਣੀ ਨੂੰ ਮੁੜ ਦਰਿਆ ਵਿੱਚ ਮਿਲਾ ਦਿੱਤਾ ਉਹ ਫਿਰ ਸੁਥਰਾ ਹੋ ਗਿਆ, ਇਸੇ ਤਰ੍ਹਾਂ ਸੱਜਣਾ ਜਿੱਦਣ ਤੂੰ ਆਪਣਾ ਆਪਾ ਰੱਬ ਵਿੱਚ ਮਿਲਾ ਲਏਗਾ ਉਦਣ ਤੂੰ ਸੁਥਰਾ ਹੋ ਜਾਏਗਾ। ਆਹੀ ਤਰੀਕਾ। ਹਉਮੈ ਜਿਹੜੀ ਹੈ ਨਾ, ਇਹਨੇ ਸਾਡੇ ਅੰਦਰ ਜਿਹੜੇ ਉਹ ਅਹੰਕਾਰ ਨੇ ਸਾਡੀ ਰੱਬ ਨਾਲੋਂ ਹੋਂਦ ਵੱਖਰੀ ਕਰਨੀ ਹੈ। ਹਉਮੈ ਨੇ ਹੋਂਦ ਵੱਖਰੀ ਕਰਨੀ। ਜਿੰਨਾ ਚਿਰ ਹੋਂਦ ਵੱਖਰੀ ਉਹਨਾਂ ਚਿਰ ਕੀ ਲੱਗੇਗਾ ਕਿ ਅਸੀਂ ਵੱਖਰੇ ਹਾਂ ਰੱਬ ਤੋਂ, ਅਸੀਂ ਰੱਬ ਵਿੱਚ ਨਹੀਂ ਮਿਲੇ ਹਾਂ, ਜਾਂ ਅਸੀਂ ਰੱਬ ਨਾਲੋਂ ਅਲੱਗ ਹਾਂ। ਜਿੰਨਾ ਚਿਰ ਇਹ ਲੱਗ ਰਿਹਾ ਉਹਨਾਂ ਚਿਰ ਕੀ ਹੋਏਗਾ? ਅਸੀਂ ਬਦਬੂ ਨਾਲ ਭਰ ਜਾਾਂਗੇ, ਗੰਦਗੀ ਨਾਲ ਭਰ ਜਾਾਂਗੇ, ਕੀਟਾਣੂਆਂ ਨਾਲ ਭਰ ਜਾਾਂਗੇ। ਜਿਸ ਦਿਨ ਸਾਡੇ ਮਨ ਵਿੱਚੋਂ ਇਹ ਵਿਚਾਰ ਨਿਕਲ ਗਈ ਕਿ ਅਸੀਂ ਰੱਬ ਨਾਲੋਂ ਵੱਖਰੇ ਹਾਂ, ਜਿਸ ਦਿਨ ਲੀਨਤਾ ਹੋ ਗਈ, ਜਿਸ ਦਿਨ ਫਿਰ ਅਕਾਲ ਪੁਰਖ ਪਰਮੇਸ਼ਵਰ ਨਾਲ ਸੁਮੇਲ ਹੋ ਗਿਆ, ਉਸ ਦਿਨ ਫਿਰ ਉਹ ਗੰਦਗੀ ਤੋਂ ਮੁੜ ਕੇ ਫਿਰ ਸੁਗੰਧੀ ਵਾਲੇ ਪਾਸੇ ਆ ਜਾਣਗੇ। ਬਸ ਹਉਮੈ ਨੇ ਸਾਡੇ ਅੰਦਰ ਗੰਦਗੀ ਤੇ ਬਦਬੂ ਪੈਦਾ ਕਰਨੀ। ਇੱਕ ਨਾ ਭਾਈ ਵੀਰ ਸਿੰਘ ਜੀ ਨੇ ਬੜੀ ਪਿਆਰੀ ਘਟਨਾ ਆਪਣੇ ਜੀਵਨ ਦੀ ਉਹਨਾਂ ਜ਼ਾਹਰ ਕੀਤੀ। ਉਹ ਕਹਿੰਦੇ ਵੀ ਅਸੀਂ ਇੱਕ ਗੁਰਮੁਖ ਜਨ ਦੀ ਨਾ ਸੰਗਤ ਕਰਨ ਲੱਗੇ, ਸੰਗ ਕਰਨ ਲੱਗ ਪਏ ਰੱਬੀ ਪਿਆਰੇ ਦਾ। ਹੁਣ ਖਿਆਲ ਰੱਖਿਓ ਜਿਹੜਾ ਉਹਨਾਂ ਜ਼ਿਕਰ ਕੀਤਾ, ਕਹਿੰਦੇ ਨਿਤਾ ਪ੍ਰਤੀ ਅਸੀਂ ਹਰਮੰਦਰ ਸਾਹਿਬ ਜਾ ਕੇ ਨਾ ਨਿਤਾ ਪ੍ਰਤੀ ਤੇ ਰੱਬੀ ਸਿਮਰਨ ਵਿੱਚ ਜੁੜਨਾ, ਨਿਤਾ ਪ੍ਰਤੀ। ਕਹਿੰਦੇ ਬੀਜ ਬੋਇਆ ਹੀ ਸੀ ਇੱਕ, ਜਦੋਂ ਰੋਜ਼ ਦਾ ਨੇਮ ਬਣ ਗਿਆ ਨਾ, ਆਸ ਵੱਜ ਗਈ ਵੀ ਹੁਣ ਇਹਨੇ ਬੂਟਾ ਬਣ ਜਾਣਾ, ਫਿਰ ਇਹਨੂੰ ਫੁੱਲ ਲੱਗਣਗੇ ਤੇ ਫਿਰ ਫਲ ਵਿੱਚ ਤਬਦੀਲ ਹੋਣਾ। ਪਹਿਲੋਂ ਫਲ ਕੱਚਾ ਹੋਏਗਾ, ਕੌੜਾ ਹੋਏਗਾ, ਫਿਰ ਉਮੀਦ ਹੈ ਕਿ ਉਹਨੇ ਹੌਲੀ ਹੌਲੀ ਖੱਟ ਮਿੱਠਾ ਬਣ ਜਾਣਾ, ਤੇ ਫਿਰ ਉਮੀਦ ਹੈ ਵੀ ਇੱਕ ਦਿਨ ਆਏਗਾ ਜਿੱਦਣ ਫਲ ਪੂਰਾ ਮਿੱਠਾ ਸਵਾਦਲਾ ਬਣ ਜਾਣਾ। ਕਦੇ ਆਪਾਂ ਇਹ ਉਮੀਦ ਨਹੀਂ ਕੀਤੀ ਕਿ ਜਿਹੜਾ ਫੁੱਲ ਲਾਇਆ ਹੈ ਜਾਂ ਅਸੀਂ ਜਿਹੜਾ ਬੂਟਾ ਲਾਇਆ ਇਹਨੂੰ ਲੱਗਣ ਵਾਲਾ ਫਲ ਸਦਾ ਹੀ ਕੁੜੱਤਣ ਭਰਿਆ ਰਹੇਗਾ। ਸਾਨੂੰ ਇਹ ਉਮੀਦ ਹੁੰਦੀ ਕਿ ਇੱਕ ਦਿਨ ਇਸ ਫਲ ਨੇ ਮਿਠਾਸ ਨਾਲ ਭਰ ਜਾਣਾ। ਭਾਈ ਵੀਰ ਸਿੰਘ ਕਹਿੰਦੇ ਵੀ ਅਸੀਂ ਨਿਤਾ ਪ੍ਰਤੀ ਜਦੋਂ ਰੱਬੀ ਯਾਦ ਵਿੱਚ ਜੁੜਨ ਲੱਗੇ, ਨਿਤਾ ਪ੍ਰਤੀ ਰੱਬੀ ਚਿੰਤਨ ਵਿੱਚ ਜੁੜਨਾ, ਕੁਝ ਸਮਾਂ ਬਤੀਤ ਹੋਇਆ ਹਰਿਮੰਦਰ ਸਾਹਿਬ ਦੀ ਧਰਤੀ ਤੇ ਜਾਂਦਿਆਂ ਜਾ ਕੇ ਰੱਬੀ ਯਾਦ ਵਿੱਚ ਜੁੜਦਿਆਂ ਹੋਇਆਂ, ਤੇ ਮਨ ਅੰਦਰ ਨਾ ਇੱਕ ਬਾਤ ਜਿਹੜੀ ਉਹ ਮਹਿਸੂਸ ਹੋਣ ਲੱਗੀ ਵੀ ਹੁਣ ਇਹ ਫਲ ਜਿਹੜਾ ਨਾ ਕੌੜੇ ਤੋਂ ਖੱਟੇ ਮਿੱਠੇ ਵਾਲੇ ਪਾਸੇ ਵੱਧ ਜਾਣਾ। ਪਰ ਕਹਿੰਦੇ ਹਾਲਾਤ ਐਸੇ ਬਣ ਗਏ ਵੀ ਉਹ ਬੂਟਾ ਸੁੱਕਣਾ ਸ਼ੁਰੂ ਹੋ ਗਿਆ। ਮਤਲਬ ਅੰਦਰ ਉਹ ਬੂਟਾ ਸੁੱਕਣਾ ਸ਼ੁਰੂ ਹੋ ਗਿਆ। ਜਦੋਂ ਸੁੱਕਣਾ ਸ਼ੁਰੂ ਹੋਇਆ, ਕਹਿੰਦੇ ਗੁਰਮੁਖ ਜਨ ਦੀ ਜਿਹਦੀ ਸੰਗਤ ਕਰਦੇ ਸਾਂ ਉਹਨੂੰ ਪੁੱਛਿਆ ਜੀ ਕੀ ਕਾਰਨ ਹੈ, ਤੇ ਉਹਨਾਂ ਨੇ ਅੱਗੋਂ ਜਵਾਬ ਕੀ ਦਿੱਤਾ? ਕਹਿੰਦੇ ਜਵਾਬ ਇਹ ਦਿੱਤਾ ਵੀ ਤੁਸੀਂ ਹਰਿਮੰਦਰ ਸਾਹਿਬ ਬੈਠ ਕੇ ਸਿਮਰਨ ਨਾ ਕਰਿਆ ਕਰੋ, ਕਿਤੇ ਬਾਹਰ ਬਹਿ ਕੇ ਰੱਬੀ ਯਾਦ 'ਚ ਜੁੜਿਆ ਕਰੋ। ਹੁਣ ਤਵੱਜੋ ਦੇ ਕੇ ਸਮਝਿਓ, ਇੱਥੇ ਮਕਸਦ ਇਹ ਨਹੀਂ, ਮਤਲਬ ਇਹ ਨਹੀਂ ਵੀ ਉਹ ਤੋੜਨਾ ਚਾਹੁੰਦੇ, ਜਿਹੜੀ ਉਹ ਸਿੱਖਿਆ ਦੇਣੀ ਚਾਹੁੰਦੇ, ਉਹ ਸਿੱਖਿਆ ਵੱਲ ਖਿਆਲ ਰੱਖਿਓ। ਕਹਿੰਦੇ ਭਾਈ ਵੀਰ ਸਿੰਘ ਜੀ ਵੀ ਮੈਂ ਬਗੀਚੇ ਵਿੱਚ ਬਹਿ ਕੇ ਤੇ ਰੱਬ ਚੇਤੇ ਕਰਨ ਲੱਗ ਪਿਆ। ਅਸੀਂ ਉੱਥੇ ਬਹਿ ਕੇ ਸਿਮਰਨ ਕਰਨ ਲੱਗ ਪਏ। ਜਦੋਂ ਉੱਥੇ ਬਹਿ ਕੇ ਸਿਮਰਨ ਕਰਨ ਲੱਗੇ ਨਾ, ਫਿਰ ਉਹ ਬੂਟਾ ਹਰਿਆ ਹੋਣ ਲੱਗ ਪਿਆ, ਫਿਰ ਬੂਟਾ ਹਰਿਆ ਭਰਿਆ ਹੋਣ ਲੱਗ ਗਿਆ। ਫਿਰ ਆਸ ਵੱਜ ਗਈ ਵੀ ਹੁਣ ਮੇਰਾ ਇਹ ਫਲ ਜਿਹੜਾ ਇਹਨੇ ਮਿਠਾਸ ਵਾਲੇ ਪਾਸੇ ਵੱਧ ਜਾਣਾ। ਕਹਿੰਦੇ ਜਦੋਂ 4-5 ਮਹੀਨੇ 6 ਮਹੀਨੇ ਗੁਜ਼ਰੇ ਨਾ, ਉਹ ਬੂਟਾ ਫਿਰ ਕੁਮਲਾਉਣ ਲੱਗ ਪਿਆ। ਜਦੋਂ ਫਿਰ ਕੁਮਲਾਉਣ ਲੱਗ ਪਿਆ, ਕਹਿੰਦੇ ਹੁਣ ਮੈਂ ਮੁੜ ਕੇ ਫਿਰ ਜਾ ਕੇ ਗੁਰਮੁਖ ਜਨ ਤੋਂ ਪੁੱਛਿਆ ਜੀ ਕਾਰਨ ਕੀ ਹੈ,
ਤੇ ਉਹਨਾਂ ਨੇ ਕਹਿੰਦੇ ਫਿਰ ਜਵਾਬ ਦਿੰਦਿਆਂ ਇਹ ਕਿਹਾ ਵੀ ਹੁਣ ਬਾਹਰ ਬਹਿ ਕੇ ਸਿਮਰਨ ਨਹੀਂ ਕਰਨਾ, ਹੁਣ ਹਰਿਮੰਦਰ ਸਾਹਿਬ ਜਾ ਕੇ ਰੱਬੀ ਚਿੰਤਨ ਚ ਜੁੜਿਆ ਕਰੋ। ਭਾਈ ਵੀਰ ਸਿੰਘ ਜੀ ਨੇ ਸਵਾਲ ਕਰ ਲਿਆ, ਕਹਿੰਦੇ ਜੀ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਜਦੋਂ ਮੈਂ ਪਹਿਲੋਂ ਹਰਿਮੰਦਰ ਸਾਹਿਬ ਬੈਠ ਕੇ ਸਿਮਰਨ ਕਰਦਾ ਸਾਂ ਤੇ ਤੁਸੀਂ ਕਿਹਾ ਬਾਹਰ ਬਹਿ ਕੇ ਸਿਮਰਨ ਕਰਿਆ ਕਰ, ਅੱਜ ਜੇ ਮੈਂ ਬਾਹਰ ਬਹਿ ਕੇ ਸਿਮਰਨ ਕਰ ਰਿਹਾ ਤੇ ਤੁਸੀਂ ਕਹਿੰਦੇ ਹੋ ਕਿ ਅੰਦਰ ਬਹਿ ਕੇ ਸਿਮਰਨ ਕਰਿਆ ਕਰ, ਵੀ ਮੈਨੂੰ ਵਾਰਤਾ ਸਮਝਾਓ ਕੀ ਹੈ। ਤੇ ਫਿਰ ਵਾਰਤਾ ਹੁਣ ਉਹ ਘਟਨਾਵਾਂ ਜੋ ਬੀਤੀਆਂ ਉਹ ਭਾਈ ਵੀਰ ਸਿੰਘ ਨੂੰ ਪੁੱਛਿਆ ਵੀ ਦੱਸੋ ਤੁਹਾਡੇ ਨਾਲ ਹੋਇਆ ਕੀ ਹੈ, ਤੇ ਭਾਈ ਵੀਰ ਸਿੰਘ ਦੱਸਦੇ, ਕਹਿੰਦੇ ਜਦੋਂ ਮੈਂ ਹਰਿਮੰਦਰ ਸਾਹਿਬ ਬੈਠ ਕੇ ਸਿਮਰਨ ਕਰਦਾ ਸਾਂ ਤੇ ਮਨ ਦੇ ਅੰਦਰ ਚੇਤਾ ਆਇਆ, ਮਨ ਵਿੱਚ ਚਿੰਤਨ ਇਹ ਆਇਆ ਕਿ ਅਸੀਂ ਰੱਬੀ ਸਿਮਰਨ 'ਚ ਜੁੜ ਕੇ ਬੈਠੇ ਆ, ਇਹ ਦੋ ਸ਼ਖਸ ਸਾਡੇ ਸਾਹਮਣੇ ਬੈਠੇ ਆਪਸ 'ਚ ਗੱਲਾਂ ਹੀ ਕਰੀ ਜਾਂਦੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਵੀ ਰੱਬੀ ਸਿਮਰਨ ਕਰਨਾ ਚਾਹੀਦਾ, ਇਹ ਆਪਸ 'ਚ ਗੱਲਾਂ ਹੀ ਕਰੀ ਜਾਂਦੇ। ਤੇ ਉਹ ਕਹਿੰਦੇ ਮਨ ਅੰਦਰ ਇੱਕ ਮਾਣ ਮੇਰੇ ਪੈਦਾ ਹੋ ਗਿਆ, ਜਿਸ ਮਾਣ ਨੇ ਉਸ ਬੂਟੇ ਨੂੰ ਸੁਕਾ ਦਿੱਤਾ, ਉਹ ਬੂਟਾ ਸੁੱਕਣ ਲੱਗ ਪਿਆ। ਕਿਉਂ? ਮਾਣ ਇਹ ਆ ਗਿਆ ਮੈਂ ਸਿਮਰਨ ਕਰ ਰਿਹਾ, ਇਹਨਾਂ ਨੂੰ ਇੰਨਾ ਨਹੀਂ ਪਤਾ ਵੀ ਮੈਂ ਸਿਮਰਨ ਕਰ ਰਿਹਾ ਤੇ ਆਪਸ 'ਚ ਗੱਲਾਂ ਕਰੀ ਜਾਂਦੇ। ਦੂਜੀ ਬਾਤ ਹੁਣ ਕੀ ਹੋਈ, ਕਿਉਂਕਿ ਫਿਰ ਕਹਿਤਾ ਸੀ ਨਾ ਵੀ ਹੁਣ ਬਹਿ ਕੇ ਇੱਥੇ ਸਿਮਰਨ ਨਹੀਂ ਕਰਨਾ, ਉੱਠ ਕੇ ਚਲੇ ਜਾਓ, ਬਾਹਰ ਜਾ ਕੇ ਬਹਿ ਕੇ ਸਿਮਰਨ ਕਰਨ ਲੱਗ ਜਾਓ। ਕਹਿੰਦੇ ਜਦੋਂ ਬਾਹਰ ਜਾ ਕੇ ਸਿਮਰਨ ਕਰਨ ਲੱਗਾ 6-7 ਮਹੀਨੇ ਜਦੋਂ ਗੁਜ਼ਰੇ, 6-7 ਮਹੀਨਿਆਂ ਬਾਅਦ ਮਨ 'ਚ ਇਹ ਖਿਆਲ ਆਉਣ ਲੱਗ ਗਿਆ ਲੋਕੀ ਤੇ ਐਵੇਂ ਧਰਮ ਸਥਾਨਾਂ ਤੇ ਜਾਈ ਜਾਂਦੇ, ਇੱਥੇ ਬਾਹਰ ਬਹਿ ਕੇ ਸਿਮਰਨ ਕਰਨਾ ਚਾਹੀਦਾ, ਵੇਖੋ ਅਸੀਂ ਬਾਹਰ ਬਹਿ ਕੇ ਰੱਬ ਨਾਲ ਆਪਣੀ ਸੁਰਤ ਜੋੜ ਲਈ। ਮਨ ਫਿਰ ਆ ਗਿਆ, ਉਹ ਬੂਟਾ ਫੇਰ ਸੁੱਕਣ ਲੱਗ ਪਿਆ। ਤੇ ਜਦੋਂ ਹੁਣ ਤੀਜੀ ਵਾਰੀ ਉਹਨਾਂ ਕਿਹਾ ਵੀ ਹਰਿਮੰਦਰ ਸਾਹਿਬ ਅੰਦਰ ਬਹਿ ਕੇ ਸਿਮਰਨ ਕਰੋ, ਤੇ ਜਿਹੜਾ ਉਹ ਹਰਿਮੰਦਰ ਸਾਹਿਬ ਅੰਦਰ ਬਹਿ ਕੇ ਚਿੰਤਨ ਸੀ ਨਾ, ਚੇਤਾ ਸੀ ਜਿਹੜਾ, ਉਹ ਸਿਮਰਨ ਸੀ ਜਿਹੜਾ, ਹੁਣ ਉਹਨੇ ਅੰਦਰਲੀ ਪੜਚੋਲ ਨੂੰ ਵਧਾ ਦਿੱਤਾ, ਉਹਨੇ ਅੰਦਰਲੀ ਖੋਜ ਨੂੰ ਵਧਾ ਦਿੱਤਾ। ਤੇ ਉਹ ਖੋਜ ਇੱਥੋਂ ਤੱਕ ਪਹੁੰਚ ਗਈ ਕਿ ਹੁਣ ਆਪਣੇ ਆਪੇ ਦੀ ਪੜਚੋਲ ਕਰਨ ਲੱਗ ਪਏ, ਹੁਣ ਕਿਸੇ ਵੱਲ ਖਿਆਲ ਹੀ ਨਹੀਂ ਕੀਤਾ ਕਦੇ। ਤੇ ਜਿਸ ਦਿਨ ਕਿਸੇ ਵੱਲ ਖਿਆਲ ਛੱਡ ਦਾਂਗੇ, ਕਿਉਂਕਿ ਉਹਦੇ ਵਿੱਚ ਬਕਾਇਦਾ ਭਾਈ ਵੀਰ ਸਿੰਘ ਨੇ ਜ਼ਿਕਰ ਕੀਤਾ ਕਿ ਜਿਹੜੇ ਸਾਹਮਣੇ ਬਹਿ ਕੇ ਸਾਡੇ ਗੱਲਾਂ ਕਰ ਰਹੇ ਸਨ ਨਾ, ਸਾਨੂੰ ਲੱਗਦਾ ਸੀ ਕਿ ਉਹ ਗੱਲਾਂ ਕਰ ਰਹੇ, ਪਰ ਅਸਲ ਦੇ ਅੰਦਰ ਉਹ ਦੋਵੇਂ ਜੁੜੀਆਂ ਸੁਰਤਾਂ ਦੇ ਮਾਲਕ ਸਨ। ਵੇਖਣ ਨੂੰ ਲੱਗਦਾ ਕਿ ਉਹ ਗੱਲਾਂ ਕਰ ਰਹੇ, ਪਰ ਉਹਨਾਂ ਦੀਆਂ ਬਾਤਾਂ ਦੇ ਵਿੱਚ ਵੀ ਰੱਬੀ ਪ੍ਰੇਮ ਝਲਕਦਾ, ਰੱਬੀ ਰਸ ਝਲਕਦਾ। ਸਾਡੇ ਮਨ ਵਿਚਲੇ ਮਾਣ ਨੇ ਸਾਡੇ ਉਸ ਬੂਟੇ ਨੂੰ ਸੁੱਕਣ ਲਾਤਾ। ਬਸ ਖਿਆਲ ਰੱਖੀਏ, ਜਿਹੇ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਣ। ਰਾਮ ਦੀ ਪਛਾਣ ਤੇ ਉਹੀ ਕਰਦਾ ਹੈ ਜਿਹੜਾ ਹਉਮੈ ਨੂੰ ਛੱਡ ਦਿੰਦਾ ਹੈ, ਤੇ ਜਿਹੜਾ ਹੰਕਾਰ ਦਾ ਤਿਆਗ ਕਰ ਦੇਗਾ, ਰਾਮ ਦੀ ਪਹਿਚਾਣ ਉਸੇ ਨੂੰ ਹੋਣੀ। ਤੇ ਮਾਲਕ ਕਹਿੰਦੇ ਫਿਰ ਖਿਆਲ ਰੱਖੋ, ਕਹੋ ਨਾਨਕ ਵਹ ਮੁਕਤ ਨਰ, ਇਹ ਮਨ ਸਾਚੀ ਮਾਨ। ਤੇ ਨਾਨਕ ਜੀ ਇਹ ਬਾਤ ਆਖੋ ਕਿ ਉਹੀ ਜੀਵ ਹੈ ਜਿਹੜਾ ਮੁਕਤੀ ਦੇ ਮਾਰਗ ਤੇ ਚੱਲ ਕੇ ਤੇ ਮੁਕਤੀ ਨੂੰ ਹਾਸਲ ਕਰਦਾ ਹੈ, ਮੁਕਤੀ ਨੂੰ ਆਪਣੇ ਜੀਵਨ ਅੰਦਰ ਪ੍ਰਾਪਤ ਕਰਦਾ ਹੈ। ਨਹੀਂ ਤੇ ਹਰ ਜੀਵ ਹਉਮੈ ਦੇ ਬੰਧਨਾਂ ਵਿੱਚ, ਮੈਂ ਸ਼ੁਰੂਆਤ ਵਿੱਚ ਹੀ ਆਪ ਜੀ ਦੇ ਅੱਗੇ ਬੇਨਤੀ ਕੀਤੀ ਸੀ ਕਿ ਮਨੁੱਖ ਦੇ ਹਰ ਇੱਕ ਰੋਗ, ਹਰ ਇੱਕ ਬਿਮਾਰੀ, ਹਰ ਇੱਕ ਕਰਮ ਇਹਦਾ ਛੁਟਕਾਰਾ ਕਰ ਦਿੰਦੇ ਨੇ ਉਦੋਂ ਜਦੋਂ ਇਹਦੀ ਦੇਹੀ ਸੜਦੀ ਹੈ। ਪਰ ਹਉਮੈ ਦੀ ਬਿਮਾਰੀ ਐਸੀ ਹੈ ਜਿਹੜੀ ਮਰਨ ਤੋਂ ਬਾਅਦ ਵਿੱਚ ਵੀ ਕਦੇ ਪਿੱਛਾ ਨਹੀਂ ਜੇ ਛੱਡਦੀ। ਤੇ ਜਿਉਂਦੇ ਜੀ ਜਿੰਨਾ ਚਿਰ ਇਹਦੇ ਤੋਂ ਮੁਕਤ ਨਹੀਂ ਨਾ ਹੋ ਜਾਂਦੇ, ਜਿਉਂਦੇ ਜੀ ਜਿੰਨਾ ਚਿਰ ਹਉਮੈ ਦੇ ਬੰਧਨਾਂ ਤੋਂ ਸਾਨੂੰ ਆਜ਼ਾਦੀ ਨਹੀਂ ਮਿਲ ਜਾਂਦੀ, ਤੇ ਉਹਨਾਂ ਚਿਰ ਖਿਆਲ ਰੱਖੀਏ ਅਸੀਂ ਕਦੇ ਨਿਰੰਕਾਰ ਦੇ ਵਿੱਚ ਲੀਨਤਾ ਹਾਸਲ ਨਹੀਂ ਕਰਾਂਗੇ। ਤੇ ਨਿਰੰਕਾਰ ਵਿੱਚ ਲੀਨਤਾ ਉਦੋਂ ਹੀ ਮਿਲੇਗੀ ਜਿੱਦਣ ਹਉਮੈ ਦੇ ਬੰਧਨਾਂ ਤੋਂ ਸਾਨੂੰ ਆਜ਼ਾਦੀ ਮਿਲੇਗੀ, ਜਿੱਦਣ ਆਜ਼ਾਦ ਹੋਵਾਂਗੇ। ਇਸੇ ਕਰਕੇ ਤੇ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਇਹ ਕਦੇ ਇੱਕ ਥਾਂ ਉੱਤੇ ਇਹਨਾਂ ਦਾ ਵਸੇਬਾ ਨਹੀਂ ਹੋਇਆ। ਇੱਕ ਹੰਕਾਰ ਲੈ ਕੇ ਬੈਠਾ ਤੇ ਦੂਜਾ ਨਿਰੰਕਾਰ ਸਾਹਮਣੇ ਬੈਠਾ ਹੋਵੇ। ਮੇਰਾ ਹੰਕਾਰ ਮੇਰੇ ਅੰਦਰ ਇੰਨਾ ਕੁ ਜ਼ਿਆਦਾ ਹੈ, ਇੰਨਾ ਕੁ ਜ਼ਿਆਦਾ ਪ੍ਰਬਲ ਹੈ, ਇੰਨਾ ਕੁ ਜ਼ਿਆਦਾ ਉਹਦਾ ਤੇਜ ਮੇਰੇ ਅੰਦਰ ਹੈ ਕਿ ਉਹ ਹੰਕਾਰ ਮੈਨੂੰ ਨਿਰੰਕਾਰ ਵੱਲ ਵੇਖਣ ਹੀ ਨਹੀਂ ਦਿੰਦਾ, ਨਹੀਂ ਵੇਖ ਸਕਦਾ। ਮੇਰੇ ਮਾੜੇ ਕਰਮ ਨੇ, ਤੇ ਜਿਹੜੇ ਮਾੜੇ ਕਰਮ ਨੇ ਉਹ ਮੈਨੂੰ ਚੰਗੇ ਪਾਸੇ ਕਿਵੇਂ ਜਾਣ ਦੇਣਗੇ ਜਦੋਂ ਮੇਰੇ ਮਨ ਵਿੱਚ ਕਰਮ ਹੀ ਮਾੜੇ ਕਰਨ ਦੀ ਚਾਹ ਹੈ, ਇੱਛਾ ਹੈ।
ਤੇ ਉਹ ਚੰਗੇ ਪਾਸੇ ਕਿਵੇਂ ਜਾਣ ਦੇਣਗੇ। ਤੇ ਜੇ ਮੈਂ ਆਪਣੇ ਮਨ ਵਿੱਚ ਹਉਮੈ ਦਾ ਬੜਾ ਵੱਡਾ ਪਹਾੜ ਲੈ ਕੇ ਬੈਠਾ, ਉਹ ਨਿਰੰਕਾਰ ਵਿੱਚ ਲੀਨਤਾ ਕਿੱਥੋਂ ਹੋਣ ਦੇਗਾ। ਨਿਰੰਕਾਰ ਵਿੱਚ ਲੀਨਤਾ ਤੇ ਇਦਾਂ ਹੁੰਦੀ ਹੈ, ਹੋ ਸ਼ਬਨ ਕੀ ਰੇਣੁਕਾ ਤੋਂ ਆਉ ਹਮਾਰੇ ਪਾਸ। ਉੱਥੇ ਤੇ ਸਗੋਂ ਇਹ ਆਵਾਜ਼ ਆਉਂਦੀ, ਸੱਜਣਾ ਜਿੱਦਣ ਬਿਲਕੁਲ ਮਲੀਆ ਮੇਟ ਹੋ ਕੇ ਆ ਜਾਏਗਾ ਨਾ, ਉਦਣ ਆ ਜਾਈ, ਉਦਣ ਤੈਨੂੰ ਲੀਨਤਾ ਵੀ ਮਿਲ ਜਾਏਗੀ, ਉਦਣ ਤੂੰ ਲੀਨ ਵੀ ਹੋ ਜਾਏਗਾ, ਉਦਣ ਅਭੇਦ ਵੀ ਹੋ ਜਾਏਗਾ। ਕਬੀਰ ਰੋੜਾ ਹੋਏ ਰਹੋ बाट का, तज मन का अभिमान, ऐसा कोई दास होए ताहे मिले भगवान। कबीर रोड़ा हुआ तो क्या पाया, पंथी को दुख दे, हर जन ऐसा चाहिए ज्यों धरनी में खे। कबीर खे हुई तो क्या पाया, जो उड लागे अंग, हर जन ऐसा चाहिए ज्यों पानी सरबंग। कबीर पानी हुआ तो क्या पाया, सीरा ताता होए, हर जन ऐसा चाहिए जैसा हर ही होए। ਐਵੇਂ ਨਹੀਂ ਜੇ ਲੀਨਤਾ ਮਿਲਦੀ। ਹਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਮਾਰਗ ਦੇ ਉੱਪਰਲਾ ਪਹਿਲਾ ਕਦਮ ਰੋੜਾ ਹੋਏ ਰਹੋ ਬਾਟਕਾ, ਪਰ ਉਦੋਂ ਅੱਗੇ ਹੁਣ ਰੋੜਾ ਬਣ ਕੇ ਅਸੀਂ ਪ੍ਰਸੰਨ ਨਹੀਂ ਆ। ਰੋੜਾ ਲੀਨਤਾ ਨਹੀਂ ਦੇਵੇਗਾ, ਰੋੜੇ ਨੇ ਲੀਨਤਾ ਨਹੀਂ ਦੇਣੀ। ਰੋੜੇ ਤੋਂ ਅਗਲਾ ਕਦਮ ਕੀ ਹੈ, ਖੇ ਬਣ ਜਾਣਾ, ਤੇ ਖੇ ਵੀ ਲੀਨਤਾ ਨਹੀਂ ਦੇਗੀ। ਹੁਣ ਖੇ ਤੋਂ ਅਗਲਾ ਕਦਮ ਹੈ ਪਾਣੀ ਬਣ ਜਾਣਾ, ਪਾਣੀ ਵੀ ਲੀਨਤਾ ਨਹੀਂ ਦੇਗਾ। ਪਾਣੀ ਤੋਂ ਅਗਲਾ ਕਦਮ ਹੈ ਰੱਬ ਵਰਗਾ ਬਣ ਜਾਣਾ। ਹਾਂ ਕਦਮ ਇੱਕ ਇੱਕ ਜ਼ਰੂਰ ਚੱਲਣਾ। ਜਿਹੜੀ ਸਾਡੇ ਮਾਰਗ ਦੀ ਸ਼ੁਰੂਆਤ ਹੋਏਗੀ ਉਹ ਰੋੜੇ ਤੋਂ ਹੋਣੀ ਹੈ, ਕਿਉਂਕਿ ਅਭਿਮਾਨ ਛੱਡਣਾ ਖੇਡ ਨਹੀਂ ਪਈ। ਅਭਿਮਾਨ ਛੱਡਣਾ ਕੋਈ ਸੌਖਾ ਨਹੀਂ ਪਿਆ। ਅਭਿਮਾਨ ਪਿੱਛੇ ਮਨੁੱਖ ਦਾ ਕਤਲ ਕਰਨ ਲੱਗਿਆ ਬਹੁਤਾ ਚਿਰ ਨਹੀਂ ਲਾਉਂਦਾ। ਗੱਲ ਤੇ ਸਾਰੀ ਅਭਿਮਾਨ ਦੀ ਹੈ। ਇਹਨੇ ਮੇਰੀ ਹਉਮੈ ਨੂੰ ਠੇਸ ਪਹੁੰਚਾਈ, ਮੈਂ ਇਹਨੂੰ ਕਿੱਦਾਂ ਜਿਉਂਦਾ ਛੱਡ ਦਿਆਂ। ਇਸ ਮਨੁੱਖ ਨੇ ਚਾਰ ਮਨੁੱਖਾਂ ਦੇ ਅੰਦਰ ਮੇਰੀ ਸ਼ੋਭਾ ਕਰਨ ਦੀ ਬਜਾਏ ਇਹਨੇ ਇਨਸਲਟ ਕੀਤੀ ਹੈ, ਬੇਇੱਜ਼ਤ ਮੈਨੂੰ ਕੀਤਾ। ਉਹ ਜਿਹੜਾ ਬੇਇੱਜ਼ਤ ਕਰਨ ਵਾਲਾ ਹੈ ਉਹ ਤੇ ਵਿਚਾਰਾ ਆਪਣੇ ਪ੍ਰਾਣ ਗਵਾ ਦੇਗਾ, ਉਹਦੀ ਤੇ ਜਾਨ ਚਲੀ ਜਾਣੀ। ਸਿਰਫ ਇੱਕ ਇਸ ਕਾਰਨ ਕਰਕੇ ਕਿ ਇਹਨੇ ਹਉਮੈ ਨੂੰ ਮੇਰੀ ਪੱਠੇ ਪਾਉਣ ਦੀ ਬਜਾਏ ਮੇਰੀ ਹਉਮੈ ਨੂੰ ਠੋਕਰ ਮਾਰੀ ਹੈ, ਤੇ ਮੇਰੀ ਹਉਮੈ ਨੂੰ ਠੋਕਰ ਐਸੀ ਵੱਜੀ ਹੁਣ ਮੈਨੂੰ ਜਿਉਂਦਾ ਨਹੀਂ ਛੱਡਣਾ। ਗੱਲ ਤੇ ਸਾਰੀ ਹੰਕਾਰ ਦੀ। ਅਭਿਮਾਨ ਤਿਆਗਣਾ ਖੇਡ ਨਹੀਂ ਪਈ, ਹੰਕਾਰ ਛੱਡਣਾ ਖੇਡ ਨਹੀਂ ਪਈ। ਤੇ ਮਾਲਕ ਜੀ ਇਸੇ ਕਰਕੇ ਕਹਿੰਦੇ ਭਾਈ ਸ਼ੁਰੂਆਤ ਹੈ ਇਹ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ। ਪਹਿਲੋਂ ਮਨ ਦਾ ਅਭਿਮਾਨ ਛੱਡ। ਜਿਸ ਦਿਨ ਰੋੜਾ ਬਣ ਕੇ ਅਭਿਮਾਨ ਛੱਡਿਆ ਗਿਆ ਨਾ, ਉਦੋਂ ਹੁਣ ਰੋੜੇ ਤੋਂ ਪੀਸਿਆ ਵੀ ਜਾਏਗਾ। ਇੱਥੇ ਤੱਕ ਹੀ ਨਾ ਸੀਮਤ ਰਹਿ ਜੀ, ਮੈਂ ਬੜਾ ਜ਼ਿਆਦਾ ਜੀ ਨਿਮਰਤਾ ਨਾਲ ਚੱਲਣ ਵਾਲਾ। ਕਿਤੇ ਇਹ ਨਾ ਹੋਵੇ ਸੱਜਣਾ ਤੇਰੀ ਨਿਮਰਤਾ ਵੀ ਤੇਰੇ ਹਉਮੈ ਦਾ ਕਾਰਨ ਬਣ ਜਾਏ। ਖਿਆਲ ਰੱਖੀ, ਨਿਮਰਤਾ ਕਿਤੇ ਤੇਰੀ ਹਉਮੈ ਦਾ ਕਾਰਨ ਨਾ ਬਣ ਜਾਏ। ਤੂੰ ਇਹ ਨਾ ਸਮਝਣ ਲੱਗ ਜੀ ਕਿ ਮੈਂ ਹੀ ਨੀਵਾਂ ਆ, ਮੇਰੇ ਤੋਂ ਨੀਵਾਂ ਹੈ ਹੀ ਕੋਈ ਨਹੀਂ। ਮਾਲਕ ਜੀ ਸਗੋਂ ਜਿੱਥੇ ਗੁਰਬਾਣੀ ਰਾਹੀਂ ਸਮਝਾਉਂਦੇ ਨਾ, ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖੋ ਤੇ ਉਹਨਾਂ ਕਿੱਡਾ ਪਿਆਰਾ ਜ਼ਿਕਰ ਕੀਤਾ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਕਦੇ ਹੰਕਾਰ ਕਰਦੇ ਵੇਖੇ? ਧਰਤੀ ਨੇ ਕਿਹੜੇ ਦਿਨ ਹੰਕਾਰ ਕੀਤਾ ਕਿ ਮੈਂ ਤੇਰੇ ਪੈਰਾਂ ਥੱਲੇ ਰਹਿਨੀ ਆ। ਸਗੋਂ ਬਾਬਾ ਫਰੀਦ ਜੀ ਨੇ ਜ਼ਰੂਰ ਕਿਹਾ, ਫਰੀਦਾ ਖਾਕ ਨਾ ਨਿੰਦੀਆ ਖਾਕੂ ਜੇੜ ਨਾ ਕੋਏ, ਜੀਵਨ ਦੇ ਪੈਰਾਂ ਤਲੇ ਮੋਇਆ ਉੱਪਰ ਹੋਏ। ਤੈਨੂੰ ਸਾਂਭਣ ਵਾਲੀ ਵੀ ਖੇ ਹੈ, ਸਾਰੀ ਜ਼ਿੰਦਗੀ ਤੂੰ ਪੈਰਾਂ ਥੱਲੇ ਲਤਾੜਦਾ ਰਿਹਾ। ਕਿੱਦਾਂ ਦਾ ਸੁਭਾਅ ਹੈ ਖੇ ਦਾ, ਮਿੱਟੀ ਦਾ ਸੁਭਾਅ ਕਿੱਡਾ ਪਿਆਰਾ ਹੈ। ਅਸੀਂ ਸਾਰੀ ਜ਼ਿੰਦਗੀ ਉਹਦੇ ਉੱਤੇ ਗੰਦਗੀ ਸੁੱਟਦੇ ਰਹੇ, ਉਹਨੂੰ ਪੈਰਾਂ ਹੇਠਾਂ ਲਤਾੜਦੇ ਰਹੇ। ਪਰ ਜਿਸ ਦਿਨ ਅਸੀਂ ਆਪਣੇ ਸਰੀਰ ਨੂੰ ਤਿਆਗਿਆ, ਉਸ ਦਿਨ ਸਾਂਭਣ ਲਈ ਸਾਡੇ ਪਰਿਵਾਰ ਵਾਲਿਆਂ ਨੇ ਸਾਨੂੰ ਦਫਨਾਇਆ ਵੀ ਮਿੱਟੀ ਵਿੱਚ। ਉਹਨਾਂ ਧਰਮ ਮੁਤਾਬਕ ਬਾਬਾ ਫਰੀਦ ਜੀ ਨੇ ਆਪਣੇ ਧਰਮ ਮੁਤਾਬਕ, ਭਾਈ ਖਾਕ ਨੂੰ ਨਿੰਦਿਆ ਨਾ ਕਰ, ਕਿਉਂਕਿ ਤੇਰੀ ਦੇਹੀ ਨੂੰ ਸਾਂਭਣਾ ਵੀ ਅੰਤ ਖਾਕ ਨਹੀਂ ਹੈ, ਕੋਈ ਹੋਰ ਨਹੀਂ ਸਾਂਭੇਗਾ। ਕਿੰਨਾ ਕੁ ਚਿਰ ਪਰਿਵਾਰ ਵਾਲੇ ਰੱਖ ਲੈਣਗੇ, ਅਖੀਰ ਕਬਰ ਬਣਾ ਕੇ ਦਫਨਾਉਣਗੇ ਹੀ ਨਾ। ਅਖੀਰ ਕਬਰ ਬਣਾ ਕੇ ਉਹਨਾਂ ਦਫਨਾ ਦੇਣਾ, ਤੇ ਸਾਂਭਣਾ ਕਿੰਨੇ ਫਿਰ? ਖੇ ਨੇ। ਤੇ ਹੰਕਾਰ ਕਿਹੜੀ ਚੀਜ਼ ਦਾ, ਹਉਮੈ ਕਿਹੜੀ ਚੀਜ਼ ਦੀ? ਅਹੰਕਾਰ ਤੇ ਕਿਸੇ ਬਾਤ ਦਾ ਵੀ ਨਹੀਂ ਪਾਏਗਾ। ਤੇ ਸਤਿਗੁਰੂ ਕਹਿੰਦੇ ਭਾਈ ਖਿਆਲ ਰੱਖ, ਹੁਣ ਤੂੰ ਇਹ ਕਰਮ ਆਪਣੇ ਜੀਵਨ 'ਚ ਕਮਾਲਾ ਕਿ ਆਪਣੀ ਹਉਮੈ ਛੱਡ, ਰਾਮ ਨੂੰ ਪਛਾਣ। ਜਿੱਦਣ ਰਾਮ ਪਛਾਣ ਲਏਗਾ ਉਦਣ ਮੁਕਤੀ ਮਿਲੇਗੀ। ਆਜ਼ਾਦ ਸਿਰਫ ਹਉਮੈ ਤੋਂ ਹੀ ਹੋਣਾ, ਹੰਕਾਰ ਤੋਂ ਹੀ ਆਜ਼ਾਦ ਹੋਣਾ। ਬੜੇ ਬੰਧਨ ਜਕੜ ਕੇ ਬੈਠੇ ਹੀ ਹਉਮੈ ਨੇ ਇੰਨੇ ਕੁ ਜ਼ਿਆਦਾ
कह लीए भारी बंधन या इन्ने क मजबूत बंधन हौमे ने बन्ने हुए ने, इंसान निकल नहीं सकता। किसी पासे चला जाए हौमे अगे खड़ोती है। हौमे कदे खैड़ा नहीं जे छड्डदी, हंकार कदे खैड़ा नहीं छड्डदा। हौमे तो बचन वास्ते धर्म कमाउण लगे, धर्म कमाउंदे हौमे आ गई। निमरता रख के हौमे तो अपना आपा छडाउणा सी, पर निमरता रखदियां होइयां झुकदियां होइयां ही हौमे आ गई। मेरे वर्गा ते सिर ही कोई नहीं झुका सकदा जिद्दां मैं झुका दिंदा। मैं दुनिया दे अगे निव जाना आ, मैं दुनिया अगे कदे अपना आपा नहीं खड़िया कीता, पर आही ते मेरी हौमे दा कारण बन गया। मैं निव जाना दुनिया अगे। नहीं सज्जणा, जिस दिन हौमे छड्ड देगा राम दी पछाण ही उदण होनी। ते मालक कहंदे जेड़ा हौमे छड्ड दिंदा मुक्ति भी उसे नूं मिलदी। ते ये बात सच्ची करके अपने हिरदे विच जान लईए। ਭੈ ਨਾਸਣ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਇ ਤਿਹ ਕਾਮ। ਹੁਣ ਥੋੜਾ ਜਿਹਾ ਤਵੱਜੋ ਦੇ ਕੇ ਸਮਝਿਓ। हौमे तजी राम दी पहचान होगी। हुण जदों राम दी पहचान हुई ते होर की मिलिया जिंदगी च? कहंदे भै नासण दुरमत हरण। आ दोवें चीजां भी चलियां गईयां जिंदगी च। राम दी पहचान हो गई कदों? हौमे तजती जदों हौमे छड्डी राम मिलिया। राम मिलन नाल की होया? भै खत्म। राम मिलन नाल की होया? दुरमत खत्म। दुरमत खत्म ते भै खत्म किस तरीके नाल होए? फिर दसिया कहंदे कल मैं हर को नाम। एक रब्बी नाम ही है जिहड़ा भै दूर करदा ते भैड़ी मत नाश करदा है। एक रब्बी याद ही है। आपां सारे समाजिक जीवन जिउण वाले बैठे हैं। धर्म अस्थानां ते साडे आउण दा सब तो वड्डा कारण की है कि कुछ पलां वास्ते असीं संसारक जिहड़ियां सोचां ने, संसारक झमेले ने, इन्हां तो उपराम हो जाइए। कुछ समय वास्ते साडी बुद्धि नूं किते आराम मिले, इह टिक जाए। धर्म स्थानां ते इकट्ठे होने का कारण यही है कि कुछ समय वास्ते जिहड़ी विकारां भरी जिंदगी, भैड़ी मत वाली जिंदगी असीं जिउंदे आ ना, इस पासियों सानूं आराम मिले। ते जिन्ना डरां विच जिउं रहे आ असीं, जिन्ना डरां दे अधीन जिंदगी जिउं रहे आ, किते उन्हां डरां तो उपराम होके भी कुछ क पल असीं जिंदगी दे स्पेंड कर सकीए, व्यतीत कर सकीए। मेन कारण यही धर्म स्थानां ते आउण दा। हुण उत्थे धर्म अस्थानां ते की है? रब्बी विचार, रब्बी बातां, धार्मिक ग्रंथां दी विचार, धार्मिक ग्रंथां दी विचार, धार्मिक कर्म। वो धार्मिक कर्म की ने ये मायने नहीं रखदे। वो धार्मिक कर्म करदियां होइयां चाहे ग्रंथां दी विचार असीं सुन रहे हां, चाहे ग्रंथां दी विचार असीं कर रहे हां, चाहे ग्रंथां नूं असीं पढ़ रहे हां जां सुन रहे हां, धार्मिक ग्रंथां नूं किते ना किते वो साडे मन नूं माड़े पासे जाण तो रोक रहे ने भी सज्जणा रुक जा, तू दुरमत दा नाश कर। हालांकि मनुखी बिरती जिहड़ी है वो इन्नी छेती काबू विच आउण वाली नहीं, इन्नी जल्दी वो अधीन आउण वाली नहीं, क्योंकि धार्मिक अस्थानां उत्ते आके भी बुद्धि ने माड़े पासे कदों तुर पैना कोई पता नहीं, ਇਹਦਾ भी कोई दावा नहीं है। पर जिहड़ी बेनती मैं आप जी दे सन्मुख रखनी चाहुंदा वो इहो है कि धर्म अस्थानां दे उत्ते आके चाहे साडी बुद्धि चंगी है ते भावें मंदी है, चाहे असीं माड़ी मत दे मालक हां,
ਪਰ ਕਿਤੇ ਨਾ ਕਿਤੇ ਧਾਰਮਿਕ ਅਸਥਾਨ ਤੇ ਆ ਕੇ ਧਰਮ ਦੇ ਕਰਮ ਕਰਦਿਆਂ ਹੋਇਆਂ ਜਾਂ ਬਾਣੀ ਪੜ੍ਹਦਿਆਂ, ਧਾਰਮਿਕ ਗ੍ਰੰਥਾਂ ਨੂੰ ਪੜ੍ਹਦਿਆਂ, ਧਾਰਮਿਕ ਗ੍ਰੰਥਾਂ ਦੀ ਵਿਚਾਰ ਸੁਣਦਿਆਂ ਸਾਡਾ ਮਨ ਕਿਤੇ ਨਾ ਕਿਤੇ ਇੱਕ ਅੱਧੀ ਵਾਰੀ ਝੰਜੋੜਿਆ ਜਾਂਦਾ ਵੀ ਮਨਾ ਤੂੰ ਧਰਮ ਅਸਥਾਨ ਤੇ ਬੈਠਾ, ਇੱਥੇ ਮਾੜਾ ਖਿਆਲ ਨਾ ਲੈ ਕੇ ਆਈ। ਕਿਤੇ ਨਾ ਕਿਤੇ ਤੇ ਮਨ ਸਿੱਧੇ ਪਾਸੇ ਚਾਹੇ ਉਹ ਇੱਕ ਪਲ ਵਾਸਤੇ ਐਸੀ ਸੋਚ ਆਵੇ, ਪਰ ਆਉਂਦੀ ਤੇ ਹੈ ਨਾ ਕਿ ਮਨਾ ਤੂੰ ਧਰਮ ਅਸਥਾਨ ਤੇ ਬੈਠਾ, ਤੂੰ ਇੱਥੇ ਰੱਬ ਨਾਲ ਬਾਤਾਂ ਪਾਉਣ ਵਾਸਤੇ ਆਇਆ, ਤੂੰ ਇੱਥੇ ਰੱਬ ਨਾਲ ਵਿਚਾਰ ਕਰਨ ਵਾਸਤੇ ਆਇਆ, ਤੂੰ ਇੱਥੇ ਰੱਬ ਦੇ ਦੀਦਾਰ ਕਰਨ ਵਾਸਤੇ ਆਇਆ, ਤੂੰ ਇੱਥੇ ਆ ਕੇ ਹੁਣ ਆਪਣੀ ਮਾੜੀ ਮੱਤ ਨਾ ਲੈ ਕੇ ਆਈ। ਕਿਤੇ ਨਾ ਕਿਤੇ ਉਹ ਮਾੜੀ ਮੱਤ ਤੋਂ ਮਨ ਛੁਟਕਾਰਾ ਚਾਹੁੰਦਾ ਹੈ। ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਨੇ ਤਰੀਕਾ ਹੀ ਬੜਾ ਸੌਖਾ ਦੱਸ ਦਿੱਤਾ। ਕਹਿੰਦੇ ਤੇਰੇ ਭੈ ਵੀ ਮੁੱਕ ਜਾਣਗੇ। ਇੱਥੇ ਆ ਕੇ ਕੌਣ ਡਰਦਾ? ਡਰ ਲੱਗਾ ਕਿਸੇ ਨੂੰ ਧਰਮ ਸਥਾਨ ਤੇ ਆ ਕੇ, ਕਿਉਂਕਿ ਪਤਾ ਹੈ ਦੁਨੀਆ ਦੇ ਵਿੱਚ ਹੁਣ ਵੇਖੋ, ਜਦੋਂ ਹਾਲਾਤ ਕਿਤੇ ਸੰਸਾਰ ਵਿੱਚ ਮਨੁੱਖ ਡਰ ਵਾਲੇ ਬਣ ਜਾਣ ਨਾ, ਤੇ ਡਰ ਵਾਲੇ ਹਾਲਾਤ ਬਣਨ ਤੋਂ ਬਾਅਦ ਵਿੱਚ ਮਨੁੱਖ ਸਭ ਤੋਂ ਪਹਿਲਾਂ ਆਪਣੇ ਧਰਮ ਦੇ ਇਸ਼ਟ ਨੂੰ ਚੇਤੇ ਕਰਦਾ ਵੀ ਉਹਨੇ ਮੇਰੀ ਰੱਖਿਆ ਕਰਨੀ ਹੈ। ਮਤਲਬ ਧਰਮ ਦਾ ਇਸ਼ਟ ਮੇਰੀ ਰੱਖਿਆ ਕਰੇਗਾ, ਤੇ ਉਹ ਧਰਮ ਦਾ ਇਸ਼ਟ ਰੱਖਿਆ ਕਰੇਗਾ। ਉਹਨੂੰ ਚੇਤੇ ਕਰਨ ਦਾ ਕਾਰਨ ਕੀ ਹੈ ਕਿ ਮੇਰੇ ਡਰ ਖਤਮ ਹੋਣਗੇ। ਜਦੋਂ ਮੇਰਾ ਮਨ ਡਰਦਾ ਹੈ ਜਾਂ ਮੈਂ ਕਿਸੇ ਡਰ ਦੇ ਅਧੀਨ ਆ, ਤੇ ਉਦੋਂ ਮੈਂ ਸਭ ਤੋਂ ਪਹਿਲਾਂ ਧਰਮ ਚੇਤੇ ਕਰਦਾ। ਜੇ ਮੌਤ ਕਰਕੇ ਡਰ ਰਹੇ ਹਾਂ ਤੇ ਕੀ ਚੇਤੇ ਆਉਂਦਾ? ਰੱਬ। ਕਿਸੇ ਹੋਰ ਕਾਰਨ ਕਰਕੇ ਡਰ ਰਹੇ ਹਾਂ ਤੇ ਕੀ ਚੇਤੇ ਆਉਂਦਾ? ਰੱਬ। ਜੇ ਕਿਸੇ ਮਾੜੇ ਕਰਮਾਂ ਕਰਕੇ ਮੈਂ ਡਰ ਰਿਹਾ ਤੇ ਫਿਰ ਵੀ ਰੱਬ ਹੀ ਚੇਤੇ ਕਰਦਾ। ਤੇ ਰੱਬ ਅੱਗੇ ਅਰਦਾਸਾਂ ਕੀ ਹੁੰਦੀਆਂ? ਰੱਬਾ ਐਦਕੀ ਬਚਾ ਲਾ, ਅੱਗੇ ਤੋਂ ਨਹੀਂ ਕਰਦਾ। ਰੱਬ ਹੀ ਚੇਤੇ ਆਇਆ ਨਾ। ਤੇ ਮਾਲਕ ਕੀ ਕਹਿੰਦੇ? ਕਹਿੰਦੇ ਪਹਿ ਨਾਸ਼ਨ ਦੁਰਮਤ ਹਰਨ। ਡਰ ਵੀ ਖਤਮ ਹੋ ਜਾਣਗੇ, ਭੈੜੀ ਮੱਤ ਵੀ ਹਰ ਲਏਗਾ। ਕੌਣ? ਕੱਲ ਮੈਂ ਹਰ ਕੋ ਨਾਮ। ਰੱਬ ਦਾ ਨਾਮ ਐਸਾ ਹੈ ਕਿ ਉਹ ਭੈੜੀ ਮੱਤ ਦਾ ਵੀ ਨਾਸ਼ ਕਰ ਦਿੰਦਾ ਤੇ ਉਹ ਡਰ ਵੀ ਖਤਮ ਕਰ ਦਿੰਦਾ ਹੈ। ਬਸ ਇੰਨਾ ਖਿਆਲ ਰੱਖ ਕਿ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ। ਤੇ ਇਹ ਨਾਨਕ ਜਿਹੜਾ ਦਿਨ ਰਾਤ ਅਕਾਲ ਪੁਰਖ ਪਰਮੇਸ਼ਵਰ ਨੂੰ ਚੇਤੇ ਕਰਦਾ, ਰੱਬ ਉਹਦੇ ਕਾਰਜ ਆਪ ਸਵਾਰਦਾ। ਰੱਬ ਆਪ ਕਾਰਜ ਸਵਾਰਦਾ। ਹੁਣ ਰੱਬ ਆਪ ਕਾਰਜ ਸਵਾਰਦਾ, ਇੱਥੇ ਵੀ ਕਈ ਸ਼ੰਕੇ ਮਨ 'ਚ ਪੈਦਾ ਹੋ ਜਾਣਗੇ ਵੀ ਰੱਬ ਕਿੱਦਾਂ ਕਾਰਜ ਸਵਾਰ ਦੇਗਾ, ਉਹ ਕਿਹੜਾ ਆਪ ਚੱਲ ਕੇ ਆਉਣ ਲੱਗਾ। ਪਰ ਇੱਕ ਖਿਆਲ ਰੱਖੀਏ, ਧਰਮ ਜਿਹੜਾ ਨਾ ਉਹ ਸਾਡਾ ਰੱਬ ਤੇ ਵਿਸ਼ਵਾਸ ਬਣਾਉਂਦਾ ਹੈ। ਧਰਮ ਸਾਨੂੰ ਰੱਬ ਤੇ ਭਰੋਸਾ ਕਰਨਾ ਸਿਖਾਉਂਦਾ। ਧਰਮ ਰੱਬ ਤੋਂ ਵਿਸ਼ਵਾਸ ਤੋੜਦਾ ਨਹੀਂ ਹੈ, ਖਿਆਲ ਰੱਖਿਓ। ਧਰਮ ਰੱਬ ਉੱਤੇ ਵਿਸ਼ਵਾਸ ਬਣਾਉਂਦਾ ਹੈ। ਤੇ ਜਿਹੜਾ ਰੱਬ ਤੋਂ ਵਿਸ਼ਵਾਸ ਤੋੜੇ, ਅਸੀਂ ਉਹਨੂੰ ਧਰਮ ਨਹੀਂ, ਉਹਨੂੰ ਅਧਰਮ ਕਹਿੰਦੇ ਆ, ਕਿਉਂਕਿ ਨਾਸਤਿਕਤਾ ਉੱਥੇ ਰੱਬ ਤੋਂ, ਰੱਬ ਨਾਲੋਂ ਤੋੜ ਰਿਹਾ। ਹਾਂ, ਇੰਨੀ ਬਾਤ ਜ਼ਰੂਰ ਹੈ ਕਿ ਜਦੋਂ ਅਸੀਂ ਰੱਬ ਅੱਗੇ ਅਰਦਾਸ ਤੇ ਅਰਜ਼ੋਈ ਕਰਕੇ ਚੱਲਦੇ ਹਾਂ ਨਾ, ਰੱਬ ਕਾਰਜ ਸਵਾਰਦਾ ਹੈ। ਬਸ ਉਹਦੇ ਕਾਰਜ ਸਵਾਰਨ ਦਾ ਜ਼ਰੀਆ ਕੀ ਬਣ ਜਾਣਾ, ਕਦੋਂ ਬਣ ਜਾਣਾ, ਕਿਵੇਂ ਬਣ ਜਾਣਾ, ਕਿੱਥੇ ਬਣ ਜਾਣਾ, ਇਹ ਮਾਲਕ ਜਾਣਦਾ। ਇੰਨੀ ਗੱਲ ਆਪਾਂ ਜ਼ਰੂਰ ਚੇਤਾ ਰੱਖੀਏ। ਧੰਨ ਗੁਰੂ ਅਰਜਨ ਸਾਹਿਬ ਦਾ ਪਾਵਨ ਬਚਨ, ਆਪ ਦੀਆਂ ਰਸਨਾਵਾਂ ਤੇ ਰਹਿੰਦਾ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਸ ਗੱਲ ਨੂੰ ਚੇਤਾ ਰੱਖੋ। ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਸ਼ਲੋਕ ਰੂਪ ਚ ਜ਼ਿਕਰ ਕੀਤਾ ਤੇ ਉਹਨਾਂ ਬੜਾ ਪਿਆਰਾ ਬੋਲ ਆਖਿਆ, ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋਈ। ਤੂੰ ਮੈਨੂੰ ਯੋਗ ਬਣਾਏ ਹੈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ। ਮੇਰੇ ਕੋਲ ਕਿੱਥੇ ਸੀ ਕੋਈ ਗੁਣ, ਆਪੇ ਤਰਸ ਪਈ ਹੋਈ। ਤੇ ਕਾਰਜ ਕੌਣ ਸਵਾਰ ਰਿਹਾ? ਉਹ ਆਪ ਹੀ ਤਰਸ ਕਰ ਰਿਹਾ ਨਾ। ਤਰਸ ਕਰਕੇ ਉਹਨੇ ਆਪ ਹੀ ਯੋਗ ਬਣਾਤਾ। ਕਿਸ ਯੋਗ ਬਣਾਤਾ? ਕਿ ਆਹ ਕਾਰਜ ਕਰੋ। ਤੇ ਹੁਣ ਖਿਆਲ ਰੱਖੀਏ, ਜੇ ਅਸੀਂ ਕੋਈ ਕਾਰਜ ਕਰਨ ਦੇ ਯੋਗ ਹਾਂ ਤੇ ਉਹ ਸਾਡਾ ਆਪਣਾ ਨਹੀਂ ਹੈ, ਉਹ ਵੀ ਰੱਬ ਨੇ ਸਾਨੂੰ ਯੋਗ ਬਣਾਇਆ, ਅਸੀਂ ਕਰ ਰਹੇ ਹਾਂ। ਤੇ ਜੇ ਅਕਾਲ ਪੁਰਖ ਪਰਮੇਸ਼ਵਰ ਯੋਗ ਬਣਾਵੇ ਹੀ ਨਾ ਤੇ ਅਸੀਂ ਕਾਰਜ ਕਿੱਥੋਂ ਕਰ ਲਾਂਗੇ? ਅੱਜ ਹੱਥਾਂ ਨਾਲ ਕੋਈ ਕਾਰਜ ਕਰ ਰਹੇ ਹਾਂ
ਤੇ ਅਸੀਂ ਕਹੀਏ ਜੀ ਮੈਂ ਆਪਣੇ ਹੱਥਾਂ ਨਾਲ ਕਰ ਰਿਹਾ, ਇਹ ਮੇਰੇ ਆਪਣੇ ਹੱਥ ਨੇ। ਠੀਕ ਹੈ, ਮੰਨ ਲੈਨੇ ਆ ਸੱਜਣਾ ਤੇਰੇ ਆਪਣੇ। ਜੇ ਰੱਬ ਹੱਥ ਹੀ ਨਾ ਦਿੰਦਾ ਤੇ ਫਿਰ ਕਿੱਦਾਂ ਯੋਗ ਬਣ ਜਾਂਦਾ। ਅੱਜ ਤੂੰ ਇਹ ਕਹਿ ਰਿਹਾ ਕਿ ਮੈਂ ਅੱਜ ਆਪਣੀ ਜ਼ਿੰਦਗੀ 'ਚ ਮੈਂ ਇੰਨਾ ਸਟਰਗਲ ਕੀਤਾ, ਆਪਣੀ ਲਾਈਫ 'ਚ ਇੰਨਾ ਸਟਰਗਲ ਕੀਤਾ, ਆਪਣੇ ਪੈਰਾਂ ਤੇ ਦੌੜ ਕੇ ਮੈਂ ਆਪਣਾ ਨਾਮ ਕਮਾਇਆ, ਇਹ ਮੇਰੇ ਆਪਣੇ ਪੈਰ ਨੇ। ਸੱਜਣਾ ਤੈਨੂੰ ਯੋਗ ਵੀ ਉਸੇ ਰੱਬ ਨੇ ਬਣਾਇਆ। ਜੇ ਪੈਰ ਹੀ ਨਾ ਦਿੰਦਾ ਤੇ ਤੂੰ ਦੌੜਦਾ ਕਿਹੜੇ ਪਾਸੇ ਨੂੰ, ਤੇ ਕਿਵੇਂ ਦੌੜਦਾ, ਤੇ ਕਿੱਦਾਂ ਨਾਮ ਕਮਾਉਂਦਾ? ਉਹ ਤੇ ਯੋਗ ਬਣਾ ਰਿਹਾ ਹੈ। ਤੇ ਜੇ ਅੱਜ ਦੁਨੀਆ ਤੈਨੂੰ ਤੇਰੇ ਗਿਆਨ ਦੇ ਆਧਾਰ ਤੇ ਜਾਣਦੀ ਹੈ ਤੇ ਉਦੋਂ ਇਹ ਮਾਣ ਨਾ ਕਰੀ ਮੇਰਾ ਆਪਣਾ ਗਿਆਨ ਹੈ, ਮੇਰੀ ਆਪਣੀ ਮਿਹਨਤ ਹੈ। ਨਹੀਂ ਸੱਜਣਾ, ਉਦੋਂ ਵੀ ਮੱਤ ਰੱਬ ਨੇ ਦਿੱਤੀ, ਤੈਨੂੰ ਯੋਗ ਬਣਾਇਆ ਹੈ ਕਿ ਤੂੰ ਇੰਨਾ ਕੁ ਗਿਆਨ ਇਕੱਠਾ ਕਰ ਲਾ। ਜੇ ਯੋਗ ਹੀ ਨਾ ਬਣਾਉਂਦਾ, ਕਿੰਨੇ ਦੁਨੀਆ ਤੇ ਤੁਰੇ ਫਿਰਦੇ ਜਿਹੜੇ ਮੈਂਟਲੀ ਅਪਸੈਟ ਹੈ, ਉਹਨਾਂ 'ਚ ਇੱਕ ਤੂੰ ਵੀ ਹੁੰਦਾ। ਗੱਲ ਤੇ ਇਹੀ ਹੈ ਨਾ, ਕਿਸ ਵਕਤ ਉਹਨੇ ਮੂਰਖ ਨੂੰ ਪੰਡਤ ਬਣਾ ਦੇਣਾ ਨਹੀਂ ਪਤਾ। ਤੇ ਜਿਹੜਾ ਇਸੇ ਗੱਲ ਦਾ ਮਾਣ ਕਰਕੇ ਬੈਠਾ ਮੈਂ ਪੰਡਤ ਗਿਆਨਵਾਨ ਆ, ਉਹਨੇ ਮੂਰਖ ਬਣਾਉਣ ਲੱਗਿਆ ਪੁੱਛਣਾ ਥੋੜੀ ਵੀ ਦੱਸ ਮੈਂ ਤੈਨੂੰ ਮੂਰਖ ਬਣਾ ਦਿਆਂ ਕਿ ਨਾ ਬਣਾਵਾਂ। ਉਹ ਤਾਂ ਇਹਨੇ ਯੋਗ ਬਣਾਤਾ ਕਿ ਅੱਜ ਤੈਨੂੰ ਦੁਨੀਆ ਜਾਣਦੀ ਹੈ ਕਿਉਂਕਿ ਭਾਈ ਤੂੰ ਗਿਆਨਵਾਨ ਹੈ। ਕੱਲ ਨੂੰ ਤੈਨੂੰ ਦੁਨੀਆ ਨਹੀਂ ਜਾਣੇਗੀ ਜੇ ਰੱਬ ਨੇ ਤੇਰੇ ਤੋਂ ਗਿਆਨ ਖੋਹ ਲਿਆ। ਜਿਹਨੂੰ ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ 'ਚ ਬਚਨ ਪੜ੍ਹਦੇ ਆ ਨਾ, ਰਾਤਰੀ ਦੇ ਦੀਵਾਨਾਂ ਵਿੱਚ ਵੀ ਜ਼ਿਕਰ ਕੀਤਾ ਸੀ, ਰੱਬ ਦੇ ਘਰ ਵਿੱਚੋਂ ਦੋ ਤਰ੍ਹਾਂ ਦੀਆਂ ਦਾਤਾਂ ਨੇ। ਉਹ ਆਪ ਕਿਰਪਾ ਕਰੇ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋ ਤਾਏ, ਉਹ ਕਦੇ ਪਛਤਾਉਂਦਾ ਨਹੀਂ ਦੇ ਕੇ। ਪਰ ਜੇ ਉਹ ਆਪ ਕਿਤੇ ਨਦਰ ਉਪੱਠੀ ਕਰਦੇ ਫਿਰ ਖਿਆਲ ਰੱਖਿਓ, ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲਏ ਚੰਗਿਆਈ। ਉਹ ਖੋਣ ਲੱਗਿਆਂ ਵੀ ਬਹੁਤਾ ਚਿਰ ਨਹੀਂ ਲਾਉਂਦਾ। ਅੱਜ ਉਹਨੇ ਚੰਗਿਆਈਆਂ ਦਿੱਤੀਆਂ ਨੇ, ਤੂੰ ਯੋਗ ਹੈ। ਉਹਨੇ ਨਿਰਯੋਗ ਕਦੋਂ ਬਣਾ ਦੇਣਾ, ਇਸ ਗੱਲ ਤੇ ਬੈਠ ਕੇ ਕਦੇ ਵਿਚਾਰ ਕਰਕੇ ਵੇਖੀ। ਉਹਨੇ ਕਿਸੇ ਕੋਲੋਂ ਪੁੱਛ ਕੇ ਨਹੀਂ ਤੈਨੂੰ ਯੋਗ ਬਣਾਇਆ, ਤੇ ਉਹਨੇ ਅਯੋਗ ਵੀ ਕਿਸੇ ਤੋਂ ਪੁੱਛ ਕੇ ਨਹੀਂ ਬਣਾਉਣਾ। ਤੇ ਗੁਰੂ ਬਾਬਾ ਜੀ ਅੱਜ ਕਿਰਪਾ ਕਰਦੇ ਆ, ਜਿਹੜਾ ਦੂਸਰਾ ਪਾਵਨ ਸ਼ਲੋਕ ਉਹਨਾਂ ਅੱਜ ਦੇ ਬਚਨਾਂ ਵਿੱਚ ਬਖਸ਼ਿਆ। ਕਹਿੰਦੇ ਭੈ ਵੀ ਖਤਮ ਹੋ ਜਾਂਦਾ, ਦੁਰਮਤ ਨਾਸ਼ ਹੋ ਜਾਂਦੀ ਜਦੋਂ ਰੱਬੀ ਨਾਮ ਸਾਡੇ ਕੋਲ ਹੋਵੇ। ਤੇ ਜਿਹੜਾ ਨਿਸ ਦਿਨ ਉਸ ਅਕਾਲ ਪੁਰਖ ਨੂੰ ਭਜਦਾ ਹੈ, ਮਤਲਬ ਦਿਨ ਤੇ ਰਾਤ ਉਹਨੂੰ ਚੇਤੇ ਕਰਦਾ ਹੈ, ਸਫਲ ਹੋਏ ਤੇ ਇਹ ਕਾਮ, ਉਹਦੇ ਸਾਰੇ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ। ਜਿਹੜਾ ਦਿਨ ਰਾਤ ਅਕਾਲ ਪੁਰਖ ਦੇ ਚਿੰਤਨ ਵਿੱਚ ਜੁੜਦਾ, ਬਸ ਇਹੀ ਤਰੀਕਾ ਹੈ। ਚਿੰਤਨ ਹੀ ਤਰੀਕਾ ਹੈ ਹਉਮੈ ਨੂੰ ਛੱਡਣ ਦਾ, ਚਿੰਤਨ ਹੀ ਤਰੀਕਾ ਭੈ ਨਾਸ਼ ਕਰਨ ਦਾ, ਚਿੰਤਨ ਹੀ ਤਰੀਕਾ ਹੈ ਦੁਰਮਤ ਤੋਂ ਛੁਟਕਾਰੇ ਦਾ, ਤੇ ਚਿੰਤਨ ਹੀ ਤਰੀਕਾ ਹੈ ਆਪਣੇ ਕਾਰਜ ਸਫਲ ਕਰਨ ਦਾ। ਬਸ ਸਤਿਗੁਰੂ ਅੱਗੇ ਹੱਥ ਜੋੜ ਕੇ ਪੱਲੇ ਅੱਡ ਕੇ ਮਾਲਕ ਕੋਲੋਂ ਮੰਗਦੇ ਰਿਹਾ ਕਰੋ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ।
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਭੈ ਨਾਸਣ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਇ ਤੇ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।